कि किसी तरीके पंजाबी नूं लैके आप तक प्रचार किया जाए। पंजाबी साडी ऐसी माँ बोली, साडी मातृ भाषा, पर फिर भी बहुत आपां कह दिए ना कि एक पॉजिटिविटी की उम्मीद भी सानू रखनी चाहिए है। सो बहुत सारे ऐसे लोग ने समाज दे विच जिहड़े अज भी पंजाबी नूं प्रमोट करने वास्ते तुरे हुए आ। दिल्ली यूनीवर्सिटी दे विच तुसीं अज भी किसी भी उम्र दे विच होवो, तुसीं छोटे हो, मिडल एज हो या वड्डे हो या बजुर्ग हो या तुसीं काम धंधा कर रहे हो, तुसीं अज भी चाहो तो पंजाबी सीख सकते हो। और तुहानूं दिल्ली यूनीवर्सिटी का जी बिल्कुल बड़ी वड्डी देश की मन्नी परमन्नी यूनीवर्सिटी उस तो डिप्लोमा या सर्टिफिकेट भी मिल सकता है। ਇਹਦੇ ਵਿੱਚ ਕੋਈ ਕ੍ਰਾਈਟੇਰੀਆ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ 10th 12th ਦਾ ਕੋਈ ਐਸਾ ਕ੍ਰਾਈਟੇਰੀਆ नहीं सर, सर्टिफिकेट के अंदर कोई क्राइटेरिया नहीं, कोई भी एज बंदा लिमिट सही नहीं, जाता कोई रिलीजन नहीं, सबको वड्डी गल है। अच्छा, कोई रिलीजन कंपलसरी नहीं, कोई एज कंपलसरी नहीं। और उस तो इलावा कोई ਤੁਹਾਡਾ बैकग्राउंड पंजाबी ਦਾ ਤੁਸੀਂ ਕਦੀ ਲਾਈਫ 'ਚ ਕਦੀ ਪੰਜਾਬੀ ਪੜ੍ਹੀ ਹੈ ਕਿ ਨਹੀਂ ਪੜ੍ਹੀ, ਉਸ ਦਾ ਵੀ ਕੋਈ ਹੈ ਨਹੀਂ ਐਸਾ नहीं सर, मैं देखा सर्टिफिकेट कोर्स के अंदर, मैं डिप्लोमा के अंदर सीगा, सर्टिफिकेट कोर्स के अंदर साडे नाल काफ़ी बजुर्ग भी आए जिन्होंने कदी पंजाबी नहीं पढ़ी। अच्छा। हाँ जी, वो सिख भी सन ते पंजाबी भी सन, ठीक है, मतलब डिफरेंट सैगमेंट के लोग भी आए। तो मैं देखा कि ਉਹਦੇ ਅੰਦਰ ਇੱਕ ਮੁਸਲਿਮ ਸਾਡੀ ਭੈਣ ਵੀ ਸੀਗੀ ਜਿਹਨੂੰ ਪੰਜਾਬੀ ਦਾ ਸ਼ੌਂਕ ਸੀਗਾ ਕਿ ਮੈਂ ਪੰਜਾਬੀ ਊੜੇ ਆੜੇ ਤੋਂ ਸਿੱਖਾਂ। ਅੱਛਾ, ਯਾਨੀ ਕਿ ਸਰਟੀਫਿਕੇਟ ਕੋਰਸ ਕਰਕੇ ਤੁਸੀਂ ਡਿਪਲੋਮਾ ਵਾਸਤੇ ਸਵਿਚ ਜਾ ਸਕਦੇ ਹੋ। ਬਿਲਕੁਲ ਸਰ, ਸਰਟੀਫਿਕੇਟ ਕਰਕੇ ਹੀ ਡਿਪਲੋਮਾ ਵੱਲ ਜਾ ਸਕਦੇ ਹੋ ਅਗਰ ਤੁਹਾਨੂੰ ਬੇਸਿਕ ਪੰਜਾਬੀ ਨਹੀਂ ਆਉਂਦੀ ਤੇ। ਵੀਰ ਜੀ, ਜੇ ਗੱਲ ਕਰੀਏ ਤੇ ਕੋਰਸ ਕਿਸ ਤਰੀਕੇ ਦਾ ਹੁੰਦਾ ਹੈਗਾ, ਕੋਰਸ ਦੇ ਵਿੱਚ ਸਿਖਾਇਆ ਕੀ ਜਾਂਦਾ ਇੱਕ ਸਾਲ ਦੇ ਵਿੱਚ? ਸਰ ਦੇਖੋ, ਸਰਟੀਫਿਕੇਟ ਕੋਰਸ ਦੇ ਅੰਦਰ ਜਿਵੇਂ ਕਿ ਬੇਸਿਕ ਊੜਾ ਐੜਾ ਪੰਜਾਬੀ ਸਿਖਾਈ, ਮਾਤਰਾਵਾਂ ਸਿਖਾਈਆਂ, ਤੁਹਾਨੂੰ ਰੀਡਿੰਗ ਕਰਨੀ ਸਿਖਾਈ, ਗੁਰਮਤ ਕਾਵ ਬਾਰੇ ਦੱਸਿਆ ਗਿਆ। ਉਸ ਤੋਂ ਬਾਅਦ ਸਾਡਾ ਕੁਝ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਹਰ ਇੱਕ ਚੀਜ਼ ਹੁਣ ਮੀਡੀਆ ਦੇ ਲੈਵਲ ਤੇ ਡਿਜੀਟਲ ਹੁੰਦੀ ਜਾ ਰਹੀ ਹੈ। ਗੂਗਲ ਤੇ ਅਸੀਂ ਹੁਣ ਟਾਈਪ ਕਿਸ ਤਰ੍ਹਾਂ ਕਰਨਾ ਹੈ ਪੰਜਾਬੀ ਨੂੰ, ਤੇ ਸਭ ਤੋਂ ਵੱਡੀ ਬੈਨੀਫਿਟ ਹੈਗੀ ਕਿ ਸਾਨੂੰ ਗੂਗਲ ਕਿਸ ਤਰੀਕੇ ਦੇ ਨਾਲ ਕਿਸ ਕੀਬੋਰਡ ਨੂੰ ਐਕਸੈਪਟ ਕਰਦਾ ਹੈ, ਸਾਨੂੰ ਉਹ ਵੀ ਸਿਖਾਇਆ ਜਾਂਦਾ ਹੈ। ਤੇ ਜੋ ਕਿ ਸਾਨੂੰ ਨਹੀਂ ਪਤਾ ਕਿ ਅਗਰ ਹੁਣ ਅਸੀਂ ਕੋਈ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਕਿ ਭਈ ਅਸੀਂ ਪੰਜਾਬੀ ਵਿੱਚ ਕਿਸ ਤਰ੍ਹਾਂ ਲਿਖਾਂਗੇ, ਸਾਨੂੰ ਨਹੀਂ ਪਤਾ। ਤੇ ਸਾਨੂੰ ਯੂਨੀਵਰਸਿਟੀ ਦੇ ਲੈਵਲ ਦੇ ਅੰਦਰ ਜੋ ਅਪਡੇਟਿਡ ਲਿੰਕ ਚੱਲ ਰਹੇ ਹੈ, ਜੋ ਅਪਡੇਟਿਡ ਐਪਲੀਕੇਸ਼ਨਸ ਚੱਲ ਰਹੀਆਂ, ਉਹਦੇ ਬਾਰੇ ਸਾਨੂੰ ਇਸ ਦੇ ਅੰਦਰ ਦੱਸਿਆ ਜਾਂਦਾ। ਅੱਛਾ, ਅਖੀਰ ਤੇ ਗੱਲ ਹੈ ਇਹਦੀ ਫੀਸ ਕਿੰਨੀ ਹੈਗੀ? ਸਰ ਇਹਦੀ ਜਿਹੜੀ ਲਾਸਟ ਈਅਰ ਦੀ ਫੀਸ ਸੀ ਸਾਡੀ, ਅਸੀਂ 1400 ਰੁਪਏ ਭਰੀ ਸੀ। ਅੱਛਾ, ਇਸ ਈਅਰ ਕੁਝ ਚੇਂजेस हैं। अच्छा। ਤੇ ਹੋ ਸਕਦਾ ਹੈ ਕਿ ਉਹ 1600 ਜਾਂ 1700 ਹੈ, मतलब 2000 ਤੋਂ ਘੱਟ ਹੀ ਹੈ। 2000 ਤੋਂ ਪਰ ਘੱਟ ਹੀ ਮੰਥ ਜਾਂ ਨਹੀਂ ਪੂਰੇ ਸਾਲ ਦੀ। ਪੂਰੇ ਸਾਲ ਦੀ ਫੀਸ? ਜੀ ਪੂਰੇ ਸਾਲ ਦੀ। ਅੱਛਾ, ਪੂਰੇ ਸਾਲ ਦੀ ਤੁਸੀਂ 1400 ਰੁਪਏ ਫੀਸ ਹਾਂਜੀ ਭਰੀ ਹੈ? ਹਾਂਜੀ, ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ। ਹਮੇਸ਼ਾ ਦੀ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਤਰੀਕੇ ਪੰਜਾਬੀ ਨੂੰ ਲੈ ਕੇ ਆਪ ਤੱਕ ਪ੍ਰਚਾਰ ਕੀਤਾ ਜਾਵੇ। ਪੰਜਾਬੀ ਸਾਡੀ ਐਸੀ ਮਾਂ ਬੋਲੀ, ਸਾਡੀ ਮਾਤਰ ਭਾਸ਼ਾ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਮਾਂ ਬੋਲੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹੈਗੇ ਆ। ਸੋ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਵੱਲ ਨੂੰ ਲੋਕਾਂ ਦਾ ਇੰਟਰਸਟ ਜਿਹੜਾ ਹੈਗਾ ਨਾ ਉਹ ਘਟਦਾ ਜਾ ਰਿਹਾ ਹੈਗਾ। ਲੋਕ ਪੰਜਾਬੀ ਤੋਂ ਅਵੇਸਲੇ ਹੁੰਦੇ ਦਿਖਾਈ ਦਿੰਦੇ ਆ। ਬੱਚਿਆਂ ਦੇ ਵਿੱਚ ਅਸੀਂ ਜੇ ਭਾਵੇਂ ਬੋਲੀ ਦੇ ਤੌਰ ਤੇ ਲੈ ਲਓ, ਭਾਵੇਂ ਪੜ੍ਹਨੇ ਦੇ ਤੌਰ ਤੇ ਲੈ ਲਓ, ਭਾਵੇਂ ਲਿਖਣੇ ਦੇ ਤੌਰ ਤੇ ਲੈ ਲਓ, ਤਿੰਨਾਂ ਤਰੀਕਿਆਂ ਤੋਂ ਪੰਜਾਬੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਹੁੰਦੀ ਨਜ਼ਰ ਆ ਰਹੀ ਹੈ। ਸਾਡੇ ਬੱਚੇ ਜਿਹੜੇ ਹੈਗੇ ਆ, ਆਪਾਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਨ ਦੇ ਵਿੱਚ ਹੀ ਪਰਹੇਜ਼ ਕਰਦੇ ਹਾਂ। ਸੋ ਲਿਖਣੀ ਪੜ੍ਹਨੀ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਆ, ਪਰ ਫਿਰ ਵੀ ਬਹੁਤ ਆਪਾਂ ਕਹਿ ਦਈਏ ਨਾ ਕਿ ਇੱਕ ਪੋਜ਼ਿਟਿਵਿਟੀ ਦੀ ਉਮੀਦ ਵੀ ਸਾਨੂੰ ਰੱਖਣੀ ਚਾਹੀਦੀ ਹੈ। ਸੋ ਬਹੁਤ ਸਾਰੇ ਐਸੇ ਲੋਕ ਨੇ ਸਮਾਜ ਦੇ ਵਿੱਚ ਜਿਹੜੇ ਅੱਜ ਵੀ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਤੁਰੇ ਹੋਏ ਆ, ਔਰ ਇੱਕ ਕਾਫਲਾ ਚੁੱਕ ਕੇ ਭਾਵੇਂ ਉਹ ਇਕੱਲੇ ਵੀ ਲੱਗੇ ਆ। ਸੋ ਅੱਜ ਤੁਹਾਡੇ ਨਾਲ ਆਪਾਂ ਐਸੇ ਇੱਕ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਜੇ ਤੁਸੀਂ ਹਜੇ ਪੰਜਾਬੀ ਨਹੀਂ ਸਿੱਖੀ ਹੈ, ਤੁਸੀਂ ਨਹੀਂ ਪੜ੍ਹੀ ਹੈ, ਤੇ ਤੁਸੀਂ ਐਸਾ ਨਾ ਸੋਚੋ ਕਿ ਮੈਂ ਤੇ ਕਦੀ ਜੀ ਸਕੂਲੇ ਪੜ੍ਹਿਆ ਨਹੀਂ, ਮੈਂ ਤੇ ਕਦੀ ਜੀ ਮੇਰੇ ਕੋਰਸ ਵਿੱਚ ਵੀ ਨਹੀਂ ਸੀ, ਜਾਂ ਤੁਸੀਂ ਐਵੇਂ ਨਾ ਸੋਚੋ ਕਿ ਜੀ ਵੀ ਚਲੋ ਹੁਣ ਮੇਰੀ ਕਿਹੜੀ ਉਮਰ ਰਹਿ ਗਈ ਹੈ ਪੰਜਾਬੀ ਸਿੱਖਣ ਦੀ, ਜਾਂ ਜੀ ਮੇਰੇ ਰੁਝੇਵੇਂ ਨੇ, ਮੇਰੀ ਹੁਣ ਜੌਬ ਹੈ, ਮੈਂ ਕੰਮ ਧੰਦੇ ਦੇਖਣਾ ਤੇ ਮੈਂ ਕਿਹੜਾ ਕਿ ਹਜੇ ਕਾਲਜ ਜਾ ਸਕਦਾ। ਯਾਨੀ ਕਿ ਹਜੇ ਵੀ ਇਹ ਸਾਰੀ ਚੀਜ਼ਾਂ ਦੇ ਬਹਾਨੇ ਜਿਹੜੇ ਆ ਨਾ, ਇਹਨਾਂ ਦਾ ਇੱਕ ਨਿਤਾਰਾ ਸਾਡੇ ਕੋਲ ਹੈਗਾ। ਉਹ ਤੁਹਾਨੂੰ ਦੱਸ ਦਈਏ, ਅੱਜ ਆਪਾਂ ਇੱਕ ਐਸੇ ਸ਼ਖਸ ਨਾਲ ਗੱਲ ਕਰਾਂਗੇ, ਇੱਕ ਸਟੂਡੈਂਟ ਨਾਲ ਗੱਲ ਕਰਾਂਗੇ ਜਿਨੇ ਖੁਦ ਸਾਡੇ ਤੱਕ ਵੀ ਇਹ ਜਾਣਕਾਰੀ ਪਹੁੰਚਾਈ। ਦਾਸ ਨੂੰ ਵੀ ਇਹ ਜਾਣਕਾਰੀ ਇੰਨੇ ਅੱਛੇ ਤਰੀਕੇ ਨਾਲ ਨਹੀਂ ਸੀਗੀ, ਕਿਉਂਕਿ ਬਹੁਤ ਸਾਰੀ ਚੀਜ਼ਾਂ ਨਾ ਸਰਕਾਰ ਵੱਲੋਂ, ਯੂਨੀਵਰਸਿਟੀਜ਼ ਵੱਲੋਂ ਉਪਰਾਲੇ ਕੀਤੇ ਜਾਂਦੇ ਆ, ਪਰ ਉਹਦੀ ਸਾਨੂੰ ਨੌਲੇਜ ਨਹੀਂ ਹੁੰਦੀ।
ਕਿਉਂਕਿ ਉਹਦੀ ਐਡਵਰਟਾਈਜ਼ਮੈਂਟ ਵੀ ਕਈ ਵਾਰੀ ਕੀਤੀ ਜਾਂਦੀ, ਪਰ ਅਸੀਂ ਅਖਬਾਰ ਦੇ ਵਿੱਚ ਜਾਂ ਤਾਂ ਅਸੀਂ ਅਖਬਾਰ ਪੜ੍ਹਦੇ ਨਹੀਂ, ਜੇ ਅਸੀਂ ਪੜ੍ਹਦੇ ਹਾਂ ਤੇ ਪਹਿਲਾ ਤੇ ਦੂਸਰਾ ਜਾਂ ਆਖਰੀ ਸਫਾ ਪੜ੍ਹ ਕੇ, ਜਿਹੜਾ ਸਪੋਰਟਸ ਵਾਲਾ ਹੁੰਦਾ ਜਾਂ ਫਿਲਮੀ ਵਾਲਾ ਜਿਹੜਾ ਸਫਾ ਹੁੰਦਾ ਉਹ ਪੜ੍ਹ ਕੇ ਅਸੀਂ ਅਖਬਾਰ ਨੂੰ ਬੰਦ ਕਰ ਦਿੰਦੇ, ਵਿਚਲੇ ਪੇਜਾਂ ਦੇ ਵਿੱਚ ਅਸੀਂ ਜਾਂਦੇ ਹੀ ਨਹੀਂ। ਪਰ ਵਿਚਲੇ ਪੇਜਾਂ ਦੇ ਵਿੱਚ ਵੀ ਕਦੀ ਬੜੀ ਕੰਮ ਦੀ ਜਾਣਕਾਰੀ ਲੁਕੀ ਹੁੰਦੀ ਹੈ। ਉਹ ਜਾਣਕਾਰੀ ਇਹੀ ਹੈ ਕਿ ਐਡਵਰਟਾਈਜ਼ਮੈਂਟ ਤਾਂ ਕੀਤੀ ਜਾਂਦੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਅੱਜ ਵੀ ਕਿਸੇ ਵੀ ਉਮਰ ਦੇ ਵਿੱਚ ਹੋਵੋ, ਤੁਸੀਂ ਛੋਟੇ ਹੋ, ਮਿਡਲ ਏਜ 'ਚ ਹੋ ਜਾਂ ਵੱਡੇ ਹੋ ਜਾਂ ਬਜ਼ੁਰਗ ਹੋ ਜਾਂ ਤੁਸੀਂ ਕੰਮ ਧੰਦਾ ਕਰ ਰਹੇ ਹੋ, ਤੁਸੀਂ ਅੱਜ ਵੀ ਚਾਹੋ ਤਾਂ ਪੰਜਾਬੀ ਸਿੱਖ ਸਕਦੇ ਹੋ। ਔਰ ਤੁਹਾਨੂੰ ਦਿੱਲੀ ਯੂਨੀਵਰਸਿਟੀ ਦਾ, ਜੀ ਬਿਲਕੁਲ ਬੜੀ ਵੱਡੀ ਦੇਸ਼ ਦੀ ਮੰਨੀ ਪ੍ਰਮੰਨੀ ਯੂਨੀਵਰਸਿਟੀ, ਉਸ ਤੋਂ ਡਿਪਲੋਮਾ ਜਾਂ ਸਰਟੀਫਿਕੇਟ ਵੀ ਮਿਲ ਸਕਦਾ। ਔਰ ਤੁਹਾਨੂੰ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਦੇਣਾ, ਕੋਈ 3-3 ਸਾਲ ਜਾਂ ਕੋਈ ਐਸਾ ਕੁਝ ਨਹੀਂ ਹੈਗਾ। ਇਹਦੇ ਵਿੱਚ ਤੁਸੀਂ ਸਿਰਫ ਜੇ ਮਿਨੀਮਮ ਜੇ 1 ਸਾਲ ਵੀ ਦੇ ਦਿਓ ਤੇ ਉਹਦੇ ਨਾਲ ਵੀ ਤੁਸੀਂ ਸਿੱਖ ਸਕਦੇ ਹੋ। ਪੂਰੀ ਜਾਣਕਾਰੀ ਕੀ ਹੈ, ਕੀ ਚਾਹੀਦਾ, ਆਪਾਂ ਉਹ ਸਾਰੀ ਚੀਜ਼ਾਂ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਇੱਕ ਸਾਡੇ ਮਿੱਤਰ ਸਾਡੇ ਇੱਥੇ ਸਟੂਡੀਓ ਦੇ ਵਿੱਚ, ਦਿੱਲੀ ਸਟੂਡੀਓ 'ਚ ਮੌਜੂਦ ਹੈ। ਆਪਾਂ ਉਹਨਾਂ ਨਾਲ ਹੀ ਜੁੜਾਂਗੇ, ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਨੇ ਖੁਦ ਵੀ ਇਸੇ ਤਰੀਕੇ ਹੀ ਪੰਜਾਬੀ ਸਿੱਖੀ ਹੈ। ਸੋ ਜੁੜਦੇ ਹਾਂ ਜੀ, ਸਾਡੇ ਨਾਲ ਵੀਰ ਸਿਮਰਨਜੀਤ ਸਿੰਘ ਮੌਜੂਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਜੀ? ਠੀਕ ਹੋ? ਚੜ੍ਹਦੀ ਕਲਾ? ਚੜ੍ਹਦੀ ਕਲਾ ਜੀ। ਸੋ ਅੱਜ ਆਪਾਂ ਪੰਜਾਬੀ ਬਾਰੇ ਹੀ ਗੱਲ ਕਰ ਰਹੇ ਹਾਂ। ਪਹਿਲੇ ਤੇ ਆਪਾਂ ਤੁਹਾਡੇ ਤੋਂ ਜਾਣਦੇ ਹਾਂ ਕਿ ਤੁਸੀਂ ਅਕਾਲ ਚੈਨਲ ਤੱਕ ਤੁਸੀਂ ਅਪਰੋਚ ਕੀਤਾ, ਤੁਹਾਡਾ ਮੈਨੂੰ ਥੋੜੇ ਦਿਨਾਂ ਪਹਿਲੇ ਫੋਨ ਆਇਆ ਸੀਗਾ, ਤੇ ਤੁਹਾਨੂੰ ਕਿਉਂ ਲੱਗਾ ਕਿ ਅਕਾਲ ਚੈਨਲ ਤੱਕ ਇਹ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ? ਵੀਰ ਜੀ, ਮੈਂ ਕਾਫੀ ਅਦਾਰਿਆਂ ਤੋਂ, ਕਾਫੀ ਮੀਡੀਆ ਚੈਨਲਸ ਦੇ ਜਿਨ੍ਹਾਂ ਕੋਲ ਮੇਰੇ ਨੰਬਰ ਸੀਗੇ ਜਾਂ ਮੇਰੇ ਕੋਲ ਜਿਨ੍ਹਾਂ ਦੇ ਨੰਬਰ ਸੀਗੇ, ਮੈਂ ਉਹਨਾਂ ਨੂੰ ਅਪਰੋਚ ਕਰ ਰਿਹਾ ਸੀ ਕਿ ਬਈ ਦਿੱਲੀ ਦੇ ਅੰਦਰ ਇੱਕ ਐਸਾ ਕੋਰਸ ਹੈ ਜਿਹੜਾ ਕਿ ਪੰਜਾਬੀ ਸਾਨੂੰ ਸਿਖਾਉਂਦਾ ਹੈ, ਬੇਸਿਕ ਲੈਵਲ ਵੀ ਤੇ ਐਡਵਾਂਸ ਲੈਵਲ ਵੀ। ਤੇ ਮੈਂ ਤੁਹਾਨੂੰ ਕੰਟੈਕਟ ਕੀਤਾ, ਤੁਹਾਡੇ ਤੋਂ ਮੈਨੂੰ ਥੋੜਾ ਪੋਜ਼ਿਟਿਵ ਰਿਸਪੌਂਸ ਆਇਆ। ਤੁਸੀਂ ਕਿਹਾ ਮੇਰੀ ਗੱਲ ਤੁਸੀਂ ਸੁਣੋਗੇ, ਤੁਸੀਂ ਮੇਰੀ ਗੱਲ ਸਮਝੀ, ਤੁਸੀਂ ਮੈਨੂੰ ਪੋਜ਼ਿਟਿਵ ਵੇਵ ਦਿੱਤੀ, ਮੈਨੂੰ ਕੰਫਰਟ ਜ਼ੋਨ ਆਇਆ। ਸੋ ਮੈਂ ਤੁਹਾਨੂੰ ਅੱਗੇ ਐਕਸਪਲੇਨ ਕੀਤਾ ਕਿ ਬਈ ਸ਼ਾਇਦ ਮੈਨੂੰ ਉਮੀਦ ਸੀ ਕਿ ਤੁਸੀਂ ਇਹਨੂੰ ਟੈਲੀਕਾਸਟ ਕਰੋਗੇ, ਰਿਕਾਰਡ ਕਰੋਗੇ, ਸੋ ਦੈਟ ਕਿ ਪੀਪਲ ਮਤਲਬ ਲੋਕੀ ਇਹਦੇ ਨਾਲ ਜੁੜਨ ਪੰਜਾਬੀ ਦੇ ਨਾਲ ਤੇ ਪੰਜਾਬੀ ਨੂੰ ਹੋਰ ਪ੍ਰਮੋਟ ਕਰਨ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਵਿਸ਼ਵਾਸ ਅਕਾਲ ਚੈਨਲ ਤੇ ਜਤਾਇਆ। ਸੋ ਆਪਾਂ ਜਾਣੀਏ, ਪਹਿਲੇ ਤੁਹਾਡੇ ਬਾਰੇ ਜਾਣਦੇ ਹਾਂ। ਤੁਹਾਡੀ ਕਿੰਨੀ ਉਮਰ ਹੈ, ਤੁਸੀਂ ਕੀ ਕਰਦੇ ਹੋ, ਤੁਸੀਂ ਕਿਸ ਕਿੱਤੇ ਤੋਂ? ਵੀਰ ਜੀ, ਮੇਰੀ ਉਮਰ 35 ਇਅਰਸ ਹੈ, ਮੈਂ 35 ਸਾਲ ਦਾ ਤੇ ਮੈਂ ਬੇਸਿਕਲੀ ਪ੍ਰਾਈਵੇਟ ਜੌਬ ਕਰ ਰਿਹਾ ਤੇ ਸਾਈਡ ਬਾਈ ਸਾਈਡ ਮੈਂ ਥੋੜਾ ਬਹੁਤ ਸੋਸ਼ਲੀ ਕਨੈਕਟਡ ਰਹਿਣਾ ਸੋਸ਼ਲ ਮੀਡੀਆ ਤੇ ਮੈਨੂੰ ਕਿਸੇ ਅਦਾਰੇ ਤੋਂ ਪਤਾ ਲੱਗਿਆ ਕਿ ਬਈ ਦਿੱਲੀ ਯੂਨੀਵਰਸਿਟੀ, ਜੋ ਕਿ ਮੇਰੇ ਬਿਲਕੁਲ ਘਰ ਦੇ ਨਜ਼ਦੀਕ ਹੈ, ਮੈਨੂੰ ਅੱਜ ਤੱਕ ਇਹ ਨਹੀਂ ਪਤਾ ਸੀਗਾ ਕਿ ਦਿੱਲੀ ਯੂਨੀਵਰਸਿਟੀ ਦੇ ਅੰਦਰ ਇੱਕ ਸੈਪਰੇਟ ਪੰਜਾਬੀ ਡਿਪਾਰਟਮੈਂਟ ਵੀ ਹੈ। ਨਹੀਂ ਤੇ ਸ਼ਾਇਦ ਮੈਂ ਪੰਜਾਬੀ ਦੇ ਅੰਦਰ ਕੁਝ ਜ਼ਿਆਦਾ ਮੈਂ ਪੜ੍ਹ ਲੈਂਦਾ, ਜੋ ਕਿ ਹੁਣ ਮੇਰੇ ਵਾਸਤੇ ਇਸ ਏਜ ਦੇ ਅੰਦਰ ਫੈਮਿਲੀ ਨਾਲ ਥੋੜਾ ਮੈਨੂੰ ਮੁਸ਼ਕਿਲ ਲੱਗ ਰਿਹਾ। ਤੇ ਮੈਂ ਜਦ ਦਿੱਲੀ ਯੂਨੀਵਰਸਿਟੀ ਜਦ ਮੈਨੂੰ ਪਤਾ ਲੱਗਿਆ ਕਿ ਬਈ ਪੰਜਾਬੀ ਦਾ ਕੋਰਸ ਹੈ ਤੇ ਮੈਂ ਇਹਦੇ ਉੱਤੇ ਥੋੜੀ ਰਿਸਰਚ ਕੀਤੀ, ਮੈਨੂੰ ਲੱਗਿਆ ਕਿ ਮੈਂ ਕਰ ਸਕਣਾ। ਠੀਕ ਹੈ। ਅੱਛਾ, ਤੁਸੀਂ ਤੁਹਾਡੇ ਘਰ ਦੇ ਨੇੜੇ ਹੀ ਹੈ, ਦਿੱਲੀ ਯੂਨੀਵਰਸਿਟੀ ਦੇ ਨੇੜੇ ਹੀ ਰਹਿੰਦੇ ਹੋ ਤੁਸੀਂ? ਬਿਲਕੁਲ ਸਰ, ਮੈਂ ਦਿੱਲੀ ਯੂਨੀਵਰਸਿਟੀ ਦੇ ਕਰੀਬ ਹੀ ਮੇਰਾ ਘਰ ਹੈ ਤੇ ਬਿਲਕੁਲ ਵਾਕਿੰਗ ਡਿਸਟੈਂਸ ਤੇ ਹੀ ਪੰਜਾਬੀ ਡਿਪਾਰਟਮੈਂਟ ਹੈ, ਜੋ ਕਿ ਮੈਨੂੰ ਕਦੀ ਪਤਾ ਨਹੀਂ ਸੀ। ਅੱਛਾ, ਤੁਹਾਨੂੰ ਬਚਪਨ ਤੋਂ ਅੱਜ ਤੱਕ ਨਹੀਂ, ਮੈਨੂੰ ਇਹ ਨਹੀਂ ਪਤਾ ਸੀਗਾ ਕਿ ਦਿੱਲੀ ਯੂਨੀਵਰਸਿਟੀ ਦਾ, ਤੇ ਮੈਨੂੰ ਪਤਾ ਸੀਗਾ, ਠੀਕ ਹੈ, SOL ਦਾ ਆਫਿਸ ਹੈ, ਖਾਲਸਾ ਕਾਲਜ, ਮਗਰ ਇਹ ਨਹੀਂ ਪਤਾ ਸੀ ਕਿ ਇੱਕ ਡਿਫਰੈਂਟ ਇੱਕ ਅੱਡ ਡਿਪਾਰਟਮੈਂਟ ਪੰਜਾਬੀ ਦਾ ਵੀ ਹੈ। ਯਾਨੀ ਕਿ ਕਿਸੇ ਕਾਲਜ ਤੋਂ, ਜੋ ਮਤਲਬ ਆਪਾਂ ਨਾਰਮਲੀ ਇਹੀ ਸੋਚਦੇ ਹਾਂ ਕਿ ਜੇ ਆਪਾਂ ਯੂਨੀਵਰਸਿਟੀ ਚ ਪੜ੍ਹਨਾ ਤੇ ਆਪਾਂ ਨੂੰ ਕਾਲਜ ਦੇ ਵਿੱਚ ਕਿਸੇ ਐਡਮਿਸ਼ਨ ਲੈਣਾ ਪਏਗਾ, ਪਰ ਜ਼ਰੂਰੀ ਨਹੀਂ ਹੈ ਕਿ ਕਾਲਜ ਵਿੱਚ ਹੀ ਜਾਈਏ। ਹਾਂਜੀ। ਤੇ ਜਿਸ ਟਾਈਮ ਮੈਨੂੰ ਪਤਾ ਲੱਗਿਆ, ਉਸ ਟਾਈਮ ਮੈਨੂੰ ਇਹ ਡਰ ਸੀਗਾ ਕਿ ਹੁਣ ਇਸ ਏਜ ਦੇ ਅੰਦਰ ਮੈਨੂੰ ਕਾਲਜ ਦੇ ਅੰਦਰ ਐਡਮਿਸ਼ਨ ਮਿਲੇਗਾ ਨਹੀਂ ਮਿਲੇਗਾ। ਮੈਨੂੰ ਇਹ ਵੀ ਡਰ ਸੀਗਾ ਕਿ ਮੈਂ ਆਪਣੀ ਗ੍ਰੈਜੂਏਸ਼ਨ BCom ਮੈਂ ਰੈਗੂਲਰ ਨਹੀਂ ਕੀਤੀ, ਮੈਂ ਓਪਨ ਸਕੂਲਿੰਗ ਤੋਂ ਕੀਤੀ ਹੈ ਦਿੱਲੀ ਯੂਨੀਵਰਸਿਟੀ ਤੋਂ। ਮੈਨੂੰ ਇਹ ਵੀ ਡਰ ਸੀਗਾ ਕਿ ਮੇਰਾ ਓਪਨ ਵਾਲਾ ਮੇਰਾ ਐਕਸਪੀਰੀਅੰਸ ਜਿਹੜਾ ਮੇਰੀ ਜਿਹੜੀ ਸਟੱਡੀ ਹੈ ਉਹ ਇੱਥੇ ਸਰਟੀਫਾਈ ਹੋਏਗੀ ਨਹੀਂ ਹੋਏਗੀ। ਕਈ ਤਾਂ ਇਸ ਫੋਬੀਆ ਤੋਂ ਵੀ ਡਰ ਜਾਂਦੇ ਆ ਕਿ ਵੀ ਮੇਰੇ ਇੰਨੇ ਨੰਬਰ ਨਹੀਂ, ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਤਾਂ 70 80 90% ਚਾਹੀਦੇ ਹੁੰਦੇ ਆ, ਮੇਰਾ ਕਿੱਥੇ ਐਡਮਿਸ਼ਨ? ਹਾਂਜੀ ਸਰ, ਇਹ ਵੀ ਇੱਕ ਪ੍ਰੋਬਲਮ ਆਈ ਸੀ। ਉਸ ਤੋਂ ਬਾਅਦ ਜਦ ਮੈਨੂੰ ਪਤਾ ਲੱਗਿਆ ਕਿ ਪੰਜਾਬੀ ਡਿਪਾਰਟਮੈਂਟ ਦੇ ਅੰਦਰ ਜਿਨ੍ਹਾਂ ਨੇ 10th ਆਪਣੀ ਪੜ੍ਹੀ ਹੈ CBSE ਬੋਰਡ ਤੋਂ ਜਾਂ ਕਿਸੇ ਵੀ ਬੋਰਡ ਤੋਂ ਜਿਹੜੀ ਸਰਟੀਫਿਕੇਸ਼ਨ ਕੀਤੀ ਹੈ 10ਵੀਂ ਦੀ, ਤੇ ਉਹਨਾਂ ਨੂੰ ਡਿਪਲੋਮੇ ਵਾਸਤੇ ਉਹ ਰਿਕਮੈਂਡ ਕਰਦੇ ਆ। ਤੇ ਅਗਰ ਜਿਨ੍ਹਾਂ ਨੇ 10th ਪੰਜਾਬੀ ਨਹੀਂ ਪੜ੍ਹੀ, 12th ਪੰਜਾਬੀ ਨਹੀਂ ਪੜ੍ਹੀ, ਉਹਨਾਂ ਨੂੰ ਉਹ ਬਿਲਕੁਲ ਬੇਸਿਕ ਊੜਾ ਐੜਾ ਤੋਂ ਸਿਖਾਉਂਦੇ ਆ, ਜਿਹਨੂੰ ਕਿ ਅਸੀਂ ਸਰਟੀਫਿਕੇਟ ਕੋਰਸ ਕਹਿੰਦੇ ਆ ਦਿੱਲੀ ਯੂਨੀਵਰਸਿਟੀ ਦੇ ਅੰਦਰ। ਤੇ ਜਿਨ੍ਹਾਂ ਨੇ ਪੰਜਾਬੀ 10ਵੀਂ 12ਵੀਂ ਦੇ ਅੰਦਰ ਪੜ੍ਹੀ ਹੈ ਜਾਂ ਗ੍ਰੈਜੂਏਸ਼ਨ ਦੇ ਅੰਦਰ ਵੀ 2 ਸਾਲ ਸਾਨੂੰ ਆਪਸ਼ਨ, ਜਿਵੇਂ ਮੈਂ BCom ਦੇ ਅੰਦਰ ਪੜ੍ਹੀ ਹੈ MIL ਮਾਡਰਨ ਇੰਡੀਅਨ ਲੈਂਗੁਏਜ ਦੇ ਅੰਦਰ ਪੰਜਾਬੀ ਮੈਂ ਫਸਟ ਈਅਰ ਤੇ 3rd ਈਅਰ ਦੇ ਅੰਦਰ ਪੜ੍ਹੀ ਹੈ, ਤੇ ਉਹਨਾਂ ਨੂੰ ਡਿਪਲੋਮਾ ਕੋਰਸ ਵਾਸਤੇ ਰਿਕਮੈਂਡ ਕਰਦੇ ਆ ਸਾਡੇ ਪ੍ਰੋਫੈਸਰਸ ਦਿੱਲੀ ਯੂਨੀਵਰਸਿਟੀ ਦੇ ਅੰਦਰ। ਤੇ ਉਹ ਇੱਕ ਮੈਨੂੰ ਕੰਫਰਟ ਜ਼ੋਨ ਆਇਆ, ਮੈਂ ਫਾਰਮ ਭਰਿਆ
ਤੇ ਫਾਰਮ ਭਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ, ਮੈਨੂੰ ਕਾਲ ਆਇਆ ਡਿਪਾਰਟਮੈਂਟ ਤੋਂ ਕਿ ਜੀ ਤੁਹਾਡਾ ਲਿਸਟ ਦੇ ਅੰਦਰ ਨਾਮ ਹੈ, ਤੁਸੀਂ ਸਿਲੈਕਟਡ ਹੋ ਡਿਪਲੋਮਾ ਕੋਰਸ ਵਾਸਤੇ। ਤੇ ਮੈਨੂੰ ਬਹੁਤ ਅੱਛਾ ਲੱਗਿਆ, ਮੈਂ ਗਿਆ, ਮੈਂ ਆਪਣੇ ਫਾਰਮ ਸਬਮਿਟ ਕਰਾਇਆ, ਆਪਣੀ ਮਾਰਕਸ਼ੀਟਸ 10th 12th ਗ੍ਰੈਜੂਏਸ਼ਨ ਤੇ ਡਿਗਰੀ ਤੇ ਇਹ ਸਭ ਸਬਮਿਟ ਕਰਾਇਆ ਤੇ ਮੈਂ ਡਿਪਲੋਮਾ ਕੋਰਸ ਦੇ ਅੰਦਰ ਐਡਮਿਸ਼ਨ ਲਿੱਤਾ। ਅੱਛਾ, ਚਲੋ ਤੇ ਤੁਹਾਡਾ ਤੇ ਐਡਮਿਸ਼ਨ ਚਲੋ ਬਹੁਤ ਅੱਛੀ ਗੱਲ ਹੋ ਗਿਆ ਕਿ ਤੁਸੀਂ ਕਹਿ ਰਹੇ ਹੋ ਤੁਸੀਂ 10th ਤੱਕ ਪੰਜਾਬੀ ਪੜ੍ਹੀ ਹੋਈ ਸੀ। ਨਹੀਂ, ਮੈਂ 10th 12th ਤੇ ਗ੍ਰੈਜੂਏਸ਼ਨ ਦੇ ਅੰਦਰ ਵੀ ਪੜ੍ਹੀ ਹੈ, ਫਸਟ ਈਅਰ ਤੇ ਫਾਈਨਲ ਈਅਰ। ਮਤਲਬ ਕਿਹੜੀ ਕਲਾਸ ਤੋਂ ਸ਼ੁਰੂ? ਮਤਲਬ ਮੈਂ 6th ਕਲਾਸ ਤੋਂ। ਹਾਂਜੀ, ਕਿਹੜੇ ਸਕੂਲ ਸੀ ਤੁਸੀਂ? ਗੁਰੂ ਕਿਸ਼ਨ ਪਬਲਿਕ ਸਕੂਲ ਨਾਨਕ ਪਿਓ। ਠੀਕ ਹੈ, ਤੇ ਉੱਥੇ ਸੀਗੇ ਤੇ ਉੱਥੇ ਪੜ੍ਹੀ ਆ, ਤੁਹਾਡਾ ਡਿਪਲੋਮਾ ਦਾ ਵੀ ਸਿਲੈਕਸ਼ਨ ਹੋ ਗਿਆ। ਕੋਈ ਤਾਂ ਕੋਈ ਕ੍ਰਾਈਟੇਰੀਆ ਸੀਗਾ, ਕੋਈ ਮਾਰਕਸ, ਮਿਨੀਮਮ ਮਾਰਕਸ ਕਿੰਨੇ ਚਾਹੀਦੇ ਆ ਕੁਝ? ਨਹੀਂ ਸਰ, ਇਹਦਾ ਬੈਨੀਫਿਟ ਹੀ ਇਹੀ ਹੋਇਆ, ਇਹਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ, ਇਹਦੀ ਕੋਈ ਏਜ ਲਿਮਿਟ ਨਹੀਂ ਹੈਗੀ। ਜਦ ਤੁਸੀਂ 18 ਅਬਵ ਹੁੰਦੇ ਹੋ, 18 ਸਾਲ ਤੋਂ ਉੱਤੇ ਤੁਹਾਡੀ ਉਮਰ ਲੰਘਦੀ ਹੈ, ਤੁਹਾਡੀ ਸਕੂਲਿੰਗ ਖਤਮ ਹੋ ਜਾਂਦੀ ਹੈ, ਤੁਸੀਂ ਅਗਰ ਕਿਸੇ ਕਾਲਜ ਦੇ ਅੰਦਰ ਵੀ ਐਡਮਿਸ਼ਨ ਲੈ ਲਿਆ, ਉਸ ਤੋਂ ਬਾਅਦ ਵੀ ਤੁਸੀਂ ਅਗਰ ਕੋਈ ਪੈਰਲਲ ਨਾਲ ਕੋਰਸ ਕੋਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੋਰਸ ਵਾਸਤੇ ਜੁਆਇਨ ਕਰ ਸਕਦੇ ਹੋ। ਪਰ ਜੇ ਤੁਹਾਨੂੰ 10th 12th ਤੱਕ ਤੁਸੀਂ ਪੰਜਾਬੀ ਪੜ੍ਹੀ ਹੈ, ਤੁਸੀਂ ਕਹਿੰਦੇ ਗ੍ਰੈਜੂਏਸ਼ਨ ਦੇ ਵਿੱਚ ਪੜ੍ਹੀ ਹੈ, ਫਿਰ ਤੁਹਾਨੂੰ ਐਸਾ ਕੀ ਲੱਗਾ ਕਿ ਵੀ ਇਹ ਇੱਕ ਵੱਖਰਾ ਹੋ ਸਕਦਾ ਹੈ? 1 ਸਾਲ ਦੇ ਡਿਪਲੋਮਾ ਦੇ ਵਿੱਚ ਐਸਾ ਕੀ ਖਾਸ ਹੈ? ਸਰ, ਇਹ ਥੋੜਾ ਐਡਵਾਂਸ ਲੈਵਲ ਦਾ ਹੈ। ਮੈਂ ਜਿਹੜੀ ਪੰਜਾਬੀ ਪੜ੍ਹੀ ਹੈ ਉਹ ਮੈਨੂੰ ਪੜ੍ਹ ਕੇ ਛੱਡੇ ਹੋਏ ਕਾਫੀ ਟਾਈਮ ਹੋ ਗਿਆ ਜੀ। ਤੇ ਮੇਰੇ ਮਾਮਾ ਜੀ ਜੋ ਕਿ ਗੁਰੂ ਕਿਸ਼ਨ ਪਬਲਿਕ ਸਕੂਲ ਸ਼ਾਦਰਾ ਦੇ ਅੰਦਰ ਮਿਊਜ਼ਿਕ ਟੀਚਰ ਸਨ ਤੇ ਨਾਲ ਸਾਈਡ ਬਾਈ ਸਾਈਡ ਉਹ ਪੰਜਾਬੀ ਨੂੰ ਬਹੁਤ ਪ੍ਰਮੋਟ ਕਰਦੇ ਸਨ। ਉਹਨਾਂ ਦਾ ਮੀਡੀਆ ਦੇ ਅੰਦਰ ਵੀ ਕਾਫੀ ਉਹਨਾਂ ਦੇ ਆਰਟੀਕਲਸ ਵਗੈਰਾ ਆਉਂਦੇ ਰਹੇ ਤੇ ਉਹ ਜੂਨ 2022 ਦੇ ਅੰਦਰ ਜੂਨ ਦੇ ਅੰਦਰ ਉਹ ਐਕਸਪਾਇਰ ਹੋ ਗਏ ਸੀਗੇ। ਤੇ ਜਦ ਮੈਂ ਉਹਨਾਂ ਦੇ ਰਿਚੁਅਲਸ ਦੇ ਉੱਤੇ, ਲਾਸਟ ਰਾਈਟਸ ਦੇ ਉੱਤੇ ਜਦ ਮੈਂ ਸੀਗਾ ਸੰਸਕਾਰ ਉੱਤੇ, ਤੇ ਉਹਨਾਂ ਦੇ ਹੀ ਕੁਝ ਸਕੂਲ ਦੇ ਜਿਹੜੇ ਸੀਨੀਅਰ ਟੀਚਰ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਤੇਰੇ ਮਾਮਾ ਜੀ ਜੋ ਕੰਮ ਕਰ ਰਹੇ ਸਨ, ਅਸੀਂ ਦੇਖਦੇ ਹਾਂ ਕਿ ਤੂੰ ਉਹ ਕੰਟੀਨਿਊ ਕਰ ਸਕਣਾ ਹੈ, ਤੂੰ ਫੇਸਬੁੱਕ ਤੇ ਬਾਕੀ ਦੀਆਂ ਪੋਸਟਾਂ ਸ਼ੇਅਰ ਕਰਦਾ ਰਹਿਣਾ ਹੈ ਤੇ ਤੂੰ ਪੰਜਾਬੀ ਡਿਪਾਰਟਮੈਂਟ ਪੜ੍ਹਨ ਤੋਂ ਬਾਅਦ ਤੂੰ ਉਸ ਕੋਰਸ ਦੇ ਬਾਰੇ ਵੱਧ ਤੋਂ ਵੱਧ ਸ਼ੇਅਰ ਕਰ। ਤੇ ਹੁਣ ਮੈਂ ਜਦ ਦੇਖਿਆ ਕਿ ਜਦ ਮੈਂ ਆਪਣੇ WhatsApp ਗਰੁੱਪਸ ਦੇ ਅੰਦਰ ਜਿਹੜੇ ਮੇਰੇ ਕੋਵਿਡ ਦੀ ਸੇਵਾ ਦੇ ਗਰੁੱਪਸ ਬਣੇ ਸੀਗੇ ਜਾਂ ਹੋਰ ਵੀ ਜਿਹੜੇ ਫੈਮਿਲੀ ਗਰੁੱਪਸ ਬਣੇ ਸੀਗੇ, ਮੈਂ ਉਹਨਾਂ ਦੇ ਅੰਦਰ ਇੱਕ ਆਪਣਾ ਅਲੱਗ ਤੋਂ ਪੋਸਟਰ ਬਣਾਇਆ। ਮੈਨੂੰ ਯੂਨੀਵਰਸਿਟੀ ਨੇ ਨਹੀਂ ਕਿਹਾ ਸੀ, ਮੈਂ ਅੱਡੀ ਪੋਸਟਰ ਬਣਾ ਕੇ ਆਪਣਾ ਨੰਬਰ ਪਾ ਕੇ ਲੋਕਾਂ ਦੀ ਫੈਸਿਲਿਟੀ ਵਾਸਤੇ ਕਿ ਬਈ ਕੋਈ ਨਾ ਆਏ ਤੇ ਦਿੱਲੀ ਯੂਨੀਵਰਸਿਟੀ ਮੈਂ ਥੋੜਾ ਬਹੁਤ ਹੈਲਪ ਕਰ ਦਾਂਗਾ ਜਿੰਨੀ ਮੇਰੇ ਤੋਂ ਹੋ ਸਕਦੀ ਹੈ। ਤੇ ਜਦ ਮੈਂ ਇਹ ਪੋਸਟਰ ਬਣਾ ਕੇ ਪਾਇਆ, ਮੇਰੇ ਕੋਲ ਕਾਫੀ ਕਾਲਸ ਆਈਆਂ ਜਿਹਦੇ ਮੈਂ ਨੰਬਰ ਤੇ ਮੈਂ ਟਾਈਮਿੰਗਸ ਮੈਂਸ਼ਨ ਕੀਤੇ ਹੋਏ ਸੀਗੇ ਕਿ ਮੈਨੂੰ ਇਸ ਟਾਈਮਿੰਗਸ ਦੇ ਡਿਊਰੇਸ਼ਨ ਦੇ ਅੰਦਰ ਕਾਲ ਕਰਨਾ, ਖਾਸ ਕਰ ਵੀਕਐਂਡ ਤੇ ਮੇਰੇ ਕੋਲ ਹਲੇ ਵੀ ਮੈਸੇਜ ਆ ਰਹੇ, ਮੈਂ ਤੁਹਾਨੂੰ ਦਿਖਾ ਸਕਣਾ, ਮੈਂ ਵੇਟ ਹੋਲਡ ਤੇ ਕੀਤੇ ਹੋਇਆ ਥੋੜੀ ਦੇਰ ਪਹਿਲੇ। ਤੁਸੀਂ ਪ੍ਰਮੋਟ ਕਰ ਰਹੇ ਹੋ? ਹਾਂਜੀ, ਮੇਰੇ ਕੋਲ ਵੀਕਐਂਡ ਤੇ ਬਹੁਤ ਮੈਸੇਜ ਆਉਂਦੇ ਆ। ਮੇਰੇ ਕੋਲ ਹੁਣੇ ਤੁਹਾਡੇ ਨਾਲ ਗੱਲ ਕਰਦੇ ਸਟਾਰਟ ਕਰਨ ਤੋਂ ਪਹਿਲੇ ਮੇਰੇ ਕੋਲ 10 ਮਿੰਟ ਪਹਿਲੇ ਮੈਂ ਵੇਟ ਤੇ ਹੋਲਡ ਕੀਤਾ ਹੋਇਆ। ਚਲੋ, ਯਾਨੀ ਕਿ ਸੰਗਤ ਜੀ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਸਰਕੂਲੇਟ ਕਰਦੇ ਆ, ਬੇਮਤਲਬ ਦੀ ਵੀਡੀਓ ਸ਼ੇਅਰ ਕਰਦੇ ਆ, ਕੰਮ ਦੀ ਇਨਫੋਰਮੇਸ਼ਨ ਜਿਹੜੀ ਹੈ ਨਾ ਸ਼ੇਅਰ ਕਰਨ ਵਾਲੇ ਵਿਰਲੇ ਹੀ ਕੋ ਲੋਕ ਨੇ। ਪਰ ਸਾਡੇ ਵੀਰ ਸਾਡੇ ਨਾਲ ਜੋ ਸਟੂਡੀਓ 'ਚ ਬੈਠੇ ਆ, ਉਹ ਕਹਿੰਦੇ ਜੋ ਪੰਜਾਬੀ ਦਾ ਕੋਰਸ ਵੱਧ ਤੋਂ ਵੱਧ ਲੋਕੀ ਜੁਆਇਨ ਕਰਨ, ਉਹ ਇਸ ਚੀਜ਼ ਨੂੰ ਲੈ ਕੇ ਸਪੈਸ਼ਲ ਪੋਸਟ ਬਣਾ ਕੇ, ਪੋਸਟਰਸ ਬਣਾ ਕੇ, ਬਿਨਾਂ ਕਿਸੇ ਮਤਲਬ ਕੋਈ ਇਹਨਾਂ ਦੀ ਕੋਈ ਤੁਹਾਡੀ ਆਰਗੇਨਾਈਜੇਸ਼ਨ ਹੈ ਕੋਈ ਜਾਂ ਨਹੀਂ? ਸਰ, ਮੈਂ ਤੁਹਾਨੂੰ ਇੰਡੀਵਿਜੂਅਲੀ ਕੰਮ ਕਰਦੇ ਹੋ ਤੁਸੀਂ? ਮੇਰਾ ਪੋਸਟਰ ਬੇਸਿਕ ਸ਼ੇਅਰ ਕਰ ਦਿਓ, ਮੈਂ ਉਹਦੇ ਅੰਦਰ ਲਿਖਿਆ ਹੋਇਆ ਹੈ ਇੰਗਲਿਸ਼ ਦੇ ਅੰਦਰ, ਕਿਉਂਕਿ ਅਗਰ ਮੈਂ ਇਹ ਚੀਜ਼ ਪੰਜਾਬੀ ਦੇ ਅੰਦਰ ਲਿਖਾਂਗਾ ਤੇ ਉਹਦਾ ਕੋਈ ਮਤਲਬ ਨਹੀਂ ਹੈ, ਠੀਕ ਹੈ ਨਾ। ਮੈਂ ਇੰਗਲਿਸ਼ ਦੇ ਅੰਦਰ ਸਪੈਸ਼ਲੀ ਲਿਖਿਆ ਹੋਇਆ ਕਿ ਆਈ ਐਮ ਨਾਟ ਅਰਨਿੰਗ ਐਨੀਥਿੰਗ ਫਰਮ ਦਿਸ ਕੋਰਸ, ਦਿਸ ਇਜ਼ ਡੈਡੀਕੇਟਿਡ ਫਰਮ Delhi University, which is coordinated by and run by, managed by ਗਵਰਨਮੈਂਟ ਆਫ ਇੰਡੀਆ, ਠੀਕ ਹੈ। ਯਾਨੀ ਕਿ ਤੁਸੀਂ ਇੰਡੀਵਿਜੂਅਲੀ ਇਹਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ? ਹਾਂ, ਮੈਂ ਲਿਖਿਆ ਕਿ ਤੁਹਾਡੀ ਐਨਜੀਓ ਨਹੀਂ, ਕੋਈ ਤੁਹਾਡੀ ਟਰਸਟ ਨਹੀਂ, ਕੋਈ ਤੁਹਾਡੀ ਸੋਸਾਇਟੀ ਨਹੀਂ? ਨਹੀਂ ਸਰ, ਤੁਹਾਡੀ ਕੋਈ ਕਿਸੇ ਜਗ੍ਹਾ ਤੋਂ ਤੁਸੀਂ ਬਿਲੋਂਗ ਐਸਾ ਨਹੀਂ, ਐਜ਼ ਅ ਇੰਡੀਵਿਜੂਅਲ ਇੱਕ ਟਰੂ ਸਿੱਖ, ਇੱਕ ਅੱਛੇ ਇੱਕ ਟਰੂ ਪੰਜਾਬੀ ਦੇ ਤੌਰ ਤੇ ਤੁਸੀਂ ਜਿਹੜਾ ਹੈਗਾ। ਜੀ। ਸੋ ਬਹੁਤ ਚੰਗੀ ਗੱਲ ਹੈ ਸੰਗਤ ਜੀ ਕਿ ਇੰਡੀਵਿਜੂਅਲੀ ਵੀ ਆਪਾਂ ਚੀਜ਼ਾਂ ਨੂੰ ਜ਼ਰੂਰੀ ਨਹੀਂ ਕਿ ਕਿਸੇ ਸੰਸਥਾ ਦੇ ਪਹਿਲੇ ਨਾਲ ਜੋੜੀਏ ਤੇ ਫਿਰ ਕੁਝ ਕੰਮ ਕਰੀਏ। ਇੱਕ ਕੱਲਾ ਵੀ ਜਿਹੜਾ ਨਾ, ਇਕੱਲਾ ਬੰਦਾ ਵੀ ਬਹੁਤ ਕੁਝ ਕਰ ਸਕਦਾ। ਸੋ ਵੀਰ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਲੋਕਾਂ ਦੇ ਵਿੱਚ ਪੋਸਟ ਪਾ ਕੇ, ਗਰੁੱਪਾਂ ਦੇ ਵਿੱਚ ਚੰਗੀ ਚੀਜ਼ਾਂ ਨੂੰ ਲੈ ਕੇ ਡੈਡੀਕੇਟਡਲੀ ਉਹਨੂੰ ਸ਼ੇਅਰ ਕਰ ਰਿਹਾ। ਚਲੋ ਵੀਰ ਜੀ, ਇਹ ਤਾਂ ਸਮਝ ਆ ਗਿਆ ਕਿ ਬਈ ਇੱਕ ਡਿਪਲੋਮਾ ਕੋਰਸ ਜਿਹਨੇ 10th ਤੱਕ ਪੜ੍ਹੀ ਹੈ, 12th ਤੱਕ ਪੜ੍ਹੀ ਹੈ, ਇਹ ਸਭ ਚੀਜ਼ਾਂ। ਜਿਹਨੇ ਕਦੀ ਨਹੀਂ ਪੜ੍ਹੀ ਉਹਦੇ ਵਾਸਤੇ ਕੀ ਆਪਸ਼ਨ ਹੈ? ਕਿਉਂਕਿ ਤੁਸੀਂ ਇੱਕ ਸਰਟੀਫਿਕੇਟ, ਕਿਉਂਕਿ ਦੋ ਕੋਰਸ ਦੀ ਗੱਲ ਕਰ ਰਹੇ, ਇੱਕ ਡਿਪਲੋਮਾ ਕੋਰਸ ਹੈ ਔਰ ਇੱਕ ਸਰਟੀਫਿਕੇਟ ਕੋਰਸ ਵੀ ਹੈ। ਜੀ ਸਰ, ਮੈਂ ਚਾਹਾਂਗਾ ਜਿਹਨੇ ਕਦੀ ਨਹੀਂ ਪੜ੍ਹੀ ਉਹ ਕੀ ਕਰ ਸਕਦਾ? ਸਰ, ਜਿਨ੍ਹਾਂ ਨੇ ਕਦੀ ਵੀ ਨਹੀਂ ਪੜ੍ਹੀ ਉਹਨਾਂ ਵਾਸਤੇ ਸਰਟੀਫਿਕੇਟ ਕੋਰਸ ਹੈ, ਜਿਹਦੇ ਅੰਦਰ ਬੇਸਿਕ ਤੋਂ ਬਿਲਕੁਲ ਦਿੱਲੀ ਯੂਨੀਵਰਸਿਟੀ ਦੇ ਅੰਦਰ ਵੱਡੇ ਪ੍ਰੋਫੈਸਰ, ਟੀਚਰ ਨਹੀਂ, ਉਹ ਤੁਹਾਨੂੰ ਊੜਾ ਐੜਾ ਤੋਂ ਬਿਲਕੁਲ ਬੇਸਿਕ ਪੰਜਾਬੀ ਸਿਖਾਣਗੇ।
ਅੱਛਾ। ਫਿਰ ਹਾਂ ਉਸ ਤੋਂ ਬਾਅਦ ਮਾਤਰਾਵਾਂ ਸਿਖਾਣਗੇ। ਉਸ ਤੋਂ ਅੱਛਾ, ਬਾਅਦ ਇਹਦੇ ਵਿੱਚ ਕੋਈ ਕ੍ਰਾਈਟੇਰੀਆ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ 10th 12th ਦਾ ਕੋਈ ਐਸਾ ਕ੍ਰਾਈਟੇਰੀਆ? ਨਹੀਂ ਸਰ, ਸਰਟੀਫਿਕੇਟ ਦੇ ਅੰਦਰ ਕੋਈ ਕ੍ਰਾਈਟੇਰੀਆ ਨਹੀਂ, ਕੋਈ ਵੀ age ਬੰਦਾ limit ਸਿੱਖ ਨਹੀਂ, ਜਾਂਦਾ। ਕੋਈ ਰਿਲੀਜਨ ਨਹੀਂ, ਸਭ ਤੋਂ ਵੱਡੀ ਗੱਲ ਹੈ। ਅੱਛਾ, ਕੋਈ ਰਿਲੀਜਨ ਕੰਪਲਸਰੀ ਨਹੀਂ, ਕੋਈ ਏਜ ਕੰਪਲਸਰੀ ਨਹੀਂ? ਨਹੀਂ। ਔਰ ਉਸ ਤੋਂ ਇਲਾਵਾ ਕੋਈ ਤੁਹਾਡਾ ਬੈਕਗ੍ਰਾਉਂਡ ਪੰਜਾਬੀ ਦਾ, ਤੁਸੀਂ ਕਦੀ ਲਾਈਫ 'ਚ ਕਦੀ ਪੰਜਾਬੀ ਪੜ੍ਹੀ ਹੈ ਕਿ ਨਹੀਂ ਪੜ੍ਹੀ, ਉਸ ਦਾ ਵੀ ਕੋਈ ਹੈ ਨਹੀਂ ਐਸਾ ਨਹੀਂ ਕੰਪਲਸਰੀ? ਸਰ, ਮੈਂ ਦੇਖਿਆ ਸਰਟੀਫਿਕੇਟ ਕੋਰਸ ਦੇ ਅੰਦਰ, ਮੈਂ ਡਿਪਲੋਮਾ ਦੇ ਅੰਦਰ ਸੀਗਾ, ਸਰਟੀਫਿਕੇਟ ਕੋਰਸ ਦੇ ਅੰਦਰ ਸਾਡੇ ਨਾਲ ਕਾਫੀ ਬਜ਼ੁਰਗ ਵੀ ਆਏ ਜਿਨ੍ਹਾਂ ਨੇ ਕਦੀ ਪੰਜਾਬੀ ਨਹੀਂ ਪੜ੍ਹੀ। ਹਾਂਜੀ, ਉਹ ਸਿੱਖ ਵੀ ਸਨ ਤੇ ਪੰਜਾਬੀ ਵੀ ਸਨ। ਠੀਕ ਹੈ, ਮਤਲਬ ਡਿਫਰੈਂਟ ਸੈਗਮੈਂਟ ਦੇ ਲੋਕੀ ਵੀ ਆਏ। ਤੇ ਮੈਂ ਦੇਖਿਆ ਕਿ ਉਹਦੇ ਅੰਦਰ ਇੱਕ ਮੁਸਲਿਮ ਸਾਡੀ ਭੈਣ ਵੀ ਸੀਗੀ ਜਿਹਨੂੰ ਪੰਜਾਬੀ ਦਾ ਸ਼ੌਂਕ ਸੀਗਾ ਕਿ ਮੈਂ ਪੰਜਾਬੀ ਊੜੇ ਆੜੇ ਤੋਂ ਸਿੱਖਾਂ। ਤੇ ਉਹਨੇ ਸਰਟੀਫਿਕੇਟ ਕੋਰਸ ਕੀਤਾ ਐਂਡ ਹੁਣ ਉਹ ਸ਼ਾਇਦ ਡਿਪਲੋਮਾ ਵਾਸਤੇ ਵੀ, ਅਗਰ ਉਹਦੀ ਫੈਮਿਲੀ ਨੇ ਅਲਾਉ ਕੀਤਾ ਤੇ ਉਹ ਜੁਆਇਨ ਕਰੇਗੀ। ਅੱਛਾ, ਯਾਨੀ ਕਿ ਸਰਟੀਫਿਕੇਟ ਕੋਰਸ ਕਰਕੇ ਤੁਸੀਂ ਡਿਪਲੋਮਾ ਵਾਸਤੇ ਸਵਿਚ ਜਾ ਸਕਦੇ ਹੋ? ਬਿਲਕੁਲ ਸਰ, ਸਰਟੀਫਿਕੇਟ ਕਰਕੇ ਹੀ ਡਿਪਲੋਮਾ ਵੱਲ ਜਾ ਸਕਦੇ ਹੋ ਅਗਰ ਤੁਹਾਨੂੰ ਬੇਸਿਕ ਪੰਜਾਬੀ ਨਹੀਂ ਆਂਦੀ ਤੇ। ਓਕੇ, ਯਾਨੀ ਕਿ ਜੇ ਬੇਸਿਕ ਨਹੀਂ ਆਂਦੀ, ਜੇ ਤੁਹਾਨੂੰ ਆਂਦੀ ਹੈ 10th ਤੱਕ ਪੜ੍ਹੀ ਹੈ, ਫਿਰ ਸਿੱਧਾ ਡਿਪਲੋਮਾ, ਤੁਸੀਂ ਸਿੱਧਾ ਡਿਪਲੋਮਾ ਕਰ ਲਓ, ਤੁਹਾਨੂੰ ਡਿਪਲੋਮਾ ਮਿਲ ਜਾਏਗਾ। ਤੁਸੀਂ ਨਹੀਂ ਪੜ੍ਹੀ, ਤੁਸੀਂ ਸਰਟੀਫਿਕੇਟ ਕੋਰਸ ਕਰੋ, ਮਤਲਬ ਪੂਰਾ ਊੜਾ ਐੜਾ ਤੋਂ ਸਿਖਾਇਆ ਜਾਂਦਾ। ਬਿਲਕੁਲ, ਊੜਾ ਐੜਾ, ਪੜ੍ਹਨਾ ਲਿਖਣਾ ਦੋਨੋਂ ਸਿਖਾਇਆ ਜਾਂਦਾ। ਪੜ੍ਹਨਾ ਲਿਖਣਾ ਬੋਲਣਾ। ਤੇ ਜਿਵੇਂ ਅਸੀਂ ਦੇਖਨੇ ਕਿ ਸਾਡੇ ਮਲਟੀਨੈਸ਼ਨਲ ਕੰਪਨੀਆਂ ਦੇ ਅੰਦਰ ਸਾਨੂੰ ਸਟੇਜ ਤੇ ਬੁਲਾ ਕੇ ਬੋਲਿਆ ਜਾਂਦਾ ਹੈ ਕਿ ਬਈ ਤੁਸੀਂ ਕੁਝ ਲਾਈਨਾਂ ਇੰਗਲਿਸ਼ ਦੇ ਅੰਦਰ ਬੋਲੋ ਜਾਂ ਪ੍ਰੈਜੈਂਟੇਸ਼ਨ ਦਿਓ, ਤੇ ਉੱਥੇ ਸਾਨੂੰ ਵਾਈਟ ਬੋਰਡ ਤੇ ਬੁਲਾ ਕੇ ਸਾਨੂੰ ਕੁਝ ਵਰਡਸ ਵੀ ਪੰਜਾਬੀ ਦੇ ਲਿਖਵਾਏ ਜਾਂਦੇ ਸੀਗੇ, ਡਿਪਲੋਮਾ ਦੇ ਅੰਦਰ ਵੀ, ਸਰਟੀਫਿਕੇਟ ਦੇ ਅੰਦਰ ਵੀ। ਤੇ ਨਾਲੇ ਬੋਲਣਾ ਵੀ ਸਾਨੂੰ ਕਿਹਾ ਜਾਂਦਾ ਸੀਗਾ ਕਿ ਕੁਝ ਚੰਦ ਟੌਪਿਕਸ ਤੇ ਤੁਸੀਂ ਬੋਲੋ। ਅੱਛਾ, ਉਹ ਤੋਂ ਜਿਹੜਾ ਸਿਖਾਉਂਦੇ ਕਿਹੜੀ ਭਾਸ਼ਾ ਸੀਗੇ? ਮਤਲਬ ਜਿਹਨੂੰ ਨਹੀਂ ਆਂਦੀ ਉਹ ਤੇ ਉਹਨੂੰ, ਹੁਣ ਆਪਾਂ ਚਲੋ ਐਡਵਾਂਸ ਵਾਲੇ ਨੂੰ ਤਾਂ ਕਹਿ ਸਕਦੇ ਪੰਜਾਬੀ ਸਿਖਾਉਂਦੇ ਹੋਣਗੇ, ਪੜ੍ਹਾਉਂਦੇ ਹੋਣਗੇ। ਹਾਂਜੀ। ਮੀਡੀਅਮ ਕੀ ਸੀਗਾ ਸਿਖਾਉਣ ਦਾ? ਲੈਂਗੁਏਜ ਮੀਡੀਅਮ? ਸਰ, ਲੈਂਗੁਏਜ ਮੀਡੀਅਮ ਉੱਥੇ ਹਿੰਦੀ ਹੈ ਤੇ ਨਾਲ ਪੰਜਾਬੀ ਵੀ ਹੈ, ਦੋਨੋਂ ਹੈ। ਜਿਹੜਾ ਹੁਣ ਸਰਟੀਫਿਕੇਟ ਕੋਰਸ ਜੁਆਇਨ ਕਰੇਗਾ, ਜਿਹਨੇ ਕਦੀ ਪੰਜਾਬੀ ਨਹੀਂ ਪੜ੍ਹੀ ਤੇ ਉਹਨੂੰ ਸਮਝ ਵੀ ਨਹੀਂ ਆਏਗੀ, ਤੇ ਉਹਨੂੰ ਉਹ ਪੰਜਾਬੀ ਦੇ ਨਾਲ ਹਿੰਦੀ ਦੇ ਮਾਧਿਅਮ ਦੇ ਨਾਲ ਵੀ ਸਿਖਾਇਆ ਜਾਂਦਾ ਹੈ। ਠੀਕ ਹੈ, ਯਾਨੀ ਕਿ ਜਿਹੜੀ ਬੋਲੀ ਹੈ ਉਹ ਹਿੰਦੀ ਰਹਿੰਦੀ ਹੈ? ਹਾਂਜੀ, ਹਿੰਦੀ ਹੈ, ਔਰ ਸਿਖਾਈ ਪੰਜਾਬੀ ਜਾਂਦੀ ਹੈ, ਤਾਂ ਕਿ ਉਹ ਸਮਝ ਸਕੇ, ਕਿਉਂਕਿ ਜਿਹਨੇ ਕਦੀ ਪੰਜਾਬੀ ਪੜ੍ਹੀ ਨਹੀਂ ਉਹਨੂੰ ਪੰਜਾਬੀ ਕਿੱਦਾਂ ਸਿਖਾ ਦੀ, ਪੰਜਾਬੀ 'ਚ ਕਿੱਦਾਂ ਸਿਖਾ ਦੀ ਹੈ। ਬਿਲਕੁਲ, ਤੇ ਇਹ ਸਰਟੀਫਿਕੇਟ ਕੋਰਸ ਦੇ ਅੰਦਰ ਹੈ। ਸਰਟੀਫਿਕੇਟ ਕੋਰਸ, ਔਰ ਇਹਦਾ ਫਿਰ 1 ਸਾਲ ਬਾਅਦ ਕੀ ਹੁੰਦਾ? ਐਗਜ਼ਾਮ ਹੁੰਦੇ ਆ? ਕੀ ਹੁੰਦਾ? ਕਲਾਸਿਸ ਕਿਸ ਤਰੀਕੇ ਦੀਆਂ ਹੁੰਦੀਆਂ? ਸਰ, ਕਲਾਸਿਸ ਇਹਦੀ ਮੰਡੇ ਟੂ ਫਰਾਈਡੇ ਹੁੰਦੀਆਂ ਜੀ। ਸਵੇਰੇ ਜਿਹੜਾ ਸਾਡਾ ਟਾਈਮ ਸੀਗਾ ਉਹ ਸੀਗਾ 8:30, 8:30 ਤੋਂ ਲੈ ਕੇ 9:30 ਵਜੇ ਤੱਕ। ਅੱਛਾ। ਹਾਂ, ਤੇ ਇਸ ਦੇ ਅੰਦਰ ਅਗਰ ਕਿਸੇ ਨੂੰ ਕੋਈ ਪਰਿਵਾਰਿਕ ਸਮੱਸਿਆ ਹੈ ਜਾਂ ਕੋਈ ਮੈਡੀਕਲ ਪ੍ਰੋਬਲਮ ਹੈ, ਉਹ ਆਪਣਾ ਡਿਪਾਰਟਮੈਂਟ ਦੇ ਅੰਦਰ ਗੱਲ ਕਰਕੇ ਥੋੜਾ ਜਿਹਾ ਆਪਣਾ ਵੇਵਰ ਲੈ ਸਕਦਾ। ਜਿਵੇਂ ਮੈਨੂੰ ਮੇਰੀ ਲੈਗ ਦੇ ਅੰਦਰ ਇੰਜਰੀ ਸੀਗੀ ਤੇ ਮੈਂ ਥੋੜਾ ਵੇਵਰ ਲੈ ਲਿਆ ਸੀਗਾ। ਮੈਂ ਥੈਂਕਸ ਕਰਨਾ ਪੰਜਾਬੀ ਡਿਪਾਰਟਮੈਂਟ ਦਾ ਕਿ ਮੈਂ ਕਲਾਸਾਂ ਵੀ ਮਿਸ ਕਰਤੀਆਂ, ਬਟ ਅੱਜ ਕੱਲ ਸਾਡੇ WhatsApp ਗਰੁੱਪ ਬਣ ਜਾਂਦੇ ਨੇ ਤੇ WhatsApp ਗਰੁੱਪਸ ਦੇ ਅੰਦਰ ਡੇਲੀ ਕੋਈ ਨਾ ਕੋਈ ਸਟੂਡੈਂਟ ਅਪਡੇਟ ਪਾ ਦਿੰਦਾ ਸੀਗਾ, ਬਈ ਅੱਜ ਮੈਂ ਗਿਆ ਤੇ ਸਾਨੂੰ ਇਹ ਟੌਪਿਕ ਕਰਾਇਆ ਸੀਗਾ ਤੇ ਉਹਦਾ ਲਿੰਕ ਭੇਜਤਾ। ਠੀਕ ਹੈ, ਇਸ ਦੇ ਅੰਦਰ ਬੁੱਕ ਨਹੀਂ ਹੈ, ਬਟ ਇਸ ਦੇ ਅੰਦਰ ਸਾਨੂੰ ਆਨਲਾਈਨ ਲਿੰਕਸ ਜਾਂ ਕੋਈ ਪ੍ਰੋਫੈਸਰ ਜਿਵੇਂ ਕਿ ਹੈਗੇ ਸਾਨੂੰ ਪੜ੍ਹਾਉਂਦੇ ਨੇ, ਉਹ ਸਾਨੂੰ PDF ਦੇਤੀ ਤੇ ਉਹਦੇ ਨਾਲ ਕੀ ਹੈ ਕਿ ਸਾਨੂੰ WhatsApp ਦੇ ਉੱਤੇ ਸਟੱਡੀ ਮਟੀਰੀਅਲ ਆ ਗਿਆ। ਤੇ ਅਗਰ ਕਿਸੇ ਦੀ ਕੋਈ ਕਲਾਸ ਮਿਸ ਵੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਜ਼ਿਆਦਾ ਮਤਲਬ ਹੈਲਪ ਕਰਦੇ ਆ, ਤੁਹਾਡੇ ਜਿਹੜੇ ਕਲੀਗਸ ਹੈਗੇ, ਜਿਹੜੇ ਸਟੂਡੈਂਟਸ ਹੈਗੇ ਆ, ਉਹ ਤੁਹਾਨੂੰ ਹੈਲਪ ਕਰਦੇ ਆ। ਬਿਲਕੁਲ ਸਰ, ਖਾਸ ਕਰ ਪ੍ਰੋਫੈਸਰਸ ਵੀ ਸਾਨੂੰ ਹੈਲਪ ਕਰਦੇ ਆ, ਬਹੁਤ ਹੈਲਪ ਕਰਦੇ ਆ। ਅੱਜ ਕੱਲ ਤਾਂ ਵੈਸੇ ਵੀ ਪੜ੍ਹਾਈ ਜਿਹੜੀ ਉਹ ਤੇ ਫੋਨ ਤੋਂ ਹੀ ਰਹਿ ਗਈ ਹੈ, ਆਨਲਾਈਨ। ਸੋ ਆਫਟਰ ਕੋਵਿਡ ਤਾਂ ਆਪਾਂ ਦੇਖ ਰਹੇ ਹਾਂ ਕਿ ਕਿੰਨਾ ਜ਼ਿਆਦਾ ਜੋ ਕਿ ਫੋਨ ਤੋਂ, ਈਵਨ ਸਕੂਲਾਂ ਦੇ ਹੋਮਵਰਕ ਵਗੈਰਾ ਵੀ ਉਸ ਫੋਨ ਤੇ ਹੀ ਆਉਂਦੇ, ਪਹਿਲੇ ਤਾਂ ਨਾਲ ਮਿਲਦੇ ਸੀਗੇ। ਤੇ ਯਾਨੀ ਕਿ ਜੇ ਇਨ ਕੇਸ ਤੁਸੀਂ ਮਿਸ ਕਰ ਰਹੇ ਕੋਈ ਕਲਾਸ ਤੇ ਤੁਹਾਡੀ ਜਿਹੜੇ ਤੁਹਾਡੇ ਨਾਲ ਦੇ ਸਾਥੀ ਉਹ ਤੁਹਾਨੂੰ ਸਪੋਰਟ ਕਰਦੇ ਨੇ। ਤੇ ਅੱਛਾ, ਦੂਸਰਾ ਇਹਦੇ ਵਿੱਚ ਕੀ ਅਟੈਂਡੈਂਸ ਕੰਪਲਸਰੀ ਹੈ? ਕਿੰਨੀ ਅਟੈਂਡੈਂਸ ਇਹਦੇ ਵਿੱਚ? ਸਰ, ਇਹਦੇ ਅੰਦਰ ਜੇ ਮੰਨ ਲਓ ਕੋਈ ਬੰਦਾ, ਹੁਣ ਅੱਜ ਦੇ ਟਾਈਮ ਦੇ ਜੇ ਆਪਾਂ ਗੱਲ ਕਰੀਏ, ਸਟੂਡੈਂਟ ਤੇ ਹੋ ਸਕਦਾ ਜਾ ਸਕਦਾ, ਹੁਣ ਮੇਰੇ ਵਰਗਾ, ਕਿਉਂਕਿ ਤੁਹਾਡੀ ਗੱਲਾਂ ਨੂੰ ਸੁਣ ਕੇ ਮੇਰੇ ਮਨ 'ਚ ਵੀ ਜੋਸ਼ ਚੜ ਰਿਹਾ ਕਿ ਸ਼ਾਇਦ ਮੈਂ ਵੀ ਪੰਜਾਬੀ ਦੇ ਵਿੱਚ ਕੋਈ ਡਿਪਲੋਮਾ ਹੀ ਲੈ ਲਵਾਂ, ਹੈਨਾ। ਤੇ ਹੁਣ ਪਰ ਜਿਸ ਤਰ੍ਹਾਂ ਆਪਾਂ ਵਰਕਿੰਗ ਦੇ ਵਿੱਚ ਹੁੰਦੇ ਆ, ਜਿਹੜੇ ਜੌਬ ਵਾਲੇ ਪ੍ਰੋਫਾਈਲ ਹੁੰਦਾ, ਤੇ ਉਹ ਲੋਕ ਹੁਣ ਰੈਗੂਲਰ ਆਣ ਪਾਣਾ ਜਾਂ ਟਾਈਮ ਸਲੋਟਸ ਦਾ ਮਤਲਬ ਕਿ ਫਿਕਸ ਟਾਈਮ ਹੈ 8:30 ਤੋਂ 9:30? ਹਾਂਜੀ ਸਰ, ਫਿਕਸ ਟਾਈਮ ਹੈ 8:30 ਤੋਂ 9:30, ਬਟ ਅਗਰ ਕੁਝ ਚੇਂजेस ਹੁੰਦੇ ਆ ਡਿਊ ਟੂ ਵੈਦਰ ਜਾਂ ਕੋਈ ਪ੍ਰੋਫੈਸਰ ਬਿਜ਼ੀ ਹੈ ਜਾਂ ਕੁਝ ਯੂਨੀਵਰਸਿਟੀ ਦੇ ਅੰਦਰ ਪ੍ਰੋਗਰਾਮ ਹੈ ਤੇ ਉਹ ਗਰੁੱਪਸ ਦੇ ਅੰਦਰ ਅਪਡੇਟ ਆ ਜਾਂਦਾ ਹੈ ਤੇ ਉਸੇ ਅਕੋਰਡਿੰਗਲੀ ਸਾਰੇ ਪਲਾਨ ਕਰ ਲੈਂਦੇ ਨੇ। ਠੀਕ ਹੈ ਸੰਗਤ ਜੀ, ਮੈਂ ਤੁਹਾਨੂੰ ਪਹਿਲੇ ਅਵੇਅਰ ਕਰ ਦਵਾਂ, ਹੋ ਸਕਦਾ ਅਸੀਂ ਜੋ ਜਾਣਕਾਰੀ ਲੈ ਰਹੇ ਹਾਂ, ਮੈਂ ਕਿਸੇ ਪ੍ਰੋਫੈਸਰ ਜਾਂ ਪੰਜਾਬੀ ਡਿਪਾਰਟਮੈਂਟ ਦੇ ਕਿਸੇ ਜੋ ਕਿ ਨੁਮਾਇੰਦੇ ਦੇ ਨਾਲ ਨਹੀਂ ਬੈਠਾ, ਮੈਂ ਇੱਕ ਸਟੂਡੈਂਟ ਦੇ ਨਾਲ ਬੈਠਾ ਜਿਨੇ ਕਿ ਉਸ ਪੰਜਾਬੀ ਦੇ ਕੋਰਸ ਦੇ ਵਿੱਚ ਜੁਆਇਨ ਕਰਕੇ ਪੰਜਾਬੀ ਸਿੱਖੀ ਸੀਗੀ। ਆਪਾਂ ਇੱਕ ਸਟੂਡੈਂਟ ਤੋਂ ਹੀ ਤਜਰਬਾ ਲੈ ਰਹੇ ਹਾਂ, ਇੱਕ ਸਟੂਡੈਂਟ ਦਾ ਕੀ ਐਕਸਪੀਰੀਅੰਸ ਸੀਗਾ। ਹੋ ਸਕਦਾ ਹੈ ਅੱਜ ਜੋ ਇਹ ਗੱਲਾਂ ਦੱਸ ਰਹੇ ਆ ਰੂਲ ਉਹਨਾਂ ਦੇ ਬਦਲ ਜਾਣ ਜਾਂ ਕੁਝ ਉਹਦੇ ਵਿੱਚ ਉੱਪਰ ਥੱਲੇ ਹੋਵੇ। ਸੋ ਆਪਾਂ ਇਸ ਗੱਲ ਦੀ ਕੋਈ ਕਲੇਮ ਨਹੀਂ ਕਰਦੇ ਕਿ ਵੀ ਇਹੀ ਚੀਜ਼ ਜਿਹੜੀ ਇਹਨਾਂ ਨੇ ਬੋਲੀ ਹੈ ਇਹੀ ਹੋਏਗੀ, ਬਟ ਹਾਂ ਇੱਕ ਸਟੂਡੈਂਟ ਦਾ ਅਸੀਂ ਨਜ਼ਰੀਆ ਜ਼ਰੂਰ ਪੇਸ਼ ਕਰ ਰਹੇ ਹਾਂ ਕਿ ਵੀ ਇੱਕ ਸਟੂਡੈਂਟ ਦਾ ਕਿਸ ਤਰੀਕੇ ਦਾ ਐਕਸਪੀਰੀਅੰਸ ਸੀਗਾ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਪੰਜਾਬੀ ਸਿੱਖਣ ਦਾ।
ਤੇ ਅੱਛਾ ਵੀਰ ਜੀ, ਜੇ ਗੱਲ ਕਰੀਏ ਤੇ ਕੋਰਸ ਕਿਸ ਤਰੀਕੇ ਦਾ ਹੁੰਦਾ ਹੈਗਾ, ਕੋਰਸ ਦੇ ਵਿੱਚ ਸਿਖਾਇਆ ਕੀ ਜਾਂਦਾ 1 ਸਾਲ ਦੇ ਵਿੱਚ? ਸਰ ਦੇਖੋ, ਸਰਟੀਫਿਕੇਟ ਕੋਰਸ ਦੇ ਅੰਦਰ ਜਿਵੇਂ ਕਿ ਬੇਸਿਕ ਊੜਾ ਐੜਾ ਪੰਜਾਬੀ ਸਿਖਾਈ, ਮਾਤਰਾਵਾਂ ਸਿਖਾਈਆਂ, ਤੁਹਾਨੂੰ ਰੀਡਿੰਗ ਕਰਨੀ ਸਿਖਾਈ ਜੀ। ਤੇ ਉਸ ਤੋਂ ਬਾਅਦ ਤੁਹਾਨੂੰ ਲੋਕ ਗੀਤ ਬਾਰੇ ਬਤਾਇਆ, ਤੁਹਾਨੂੰ ਛੋਟੇ ਜਿਵੇਂ ਕਿ ਸਾਡੇ ਨਾਟਕ ਹੁੰਦੇ ਆ ਉਹਨਾਂ ਬਾਰੇ ਬਤਾਇਆ ਗਿਆ, ਤੇ ਕਥਾਵਾਂ ਬਾਰੇ ਬਤਾਇਆ ਗਿਆ, ਗੁਰਮਤ ਕਾਵ ਬਾਰੇ ਦੱਸਿਆ ਗਿਆ। ਉਸ ਤੋਂ ਬਾਅਦ ਸਾਡਾ ਕੁਝ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਹਰ ਇੱਕ ਚੀਜ਼ ਹੁਣ ਮੀਡੀਆ ਦੇ ਲੈਵਲ ਤੇ ਡਿਜੀਟਲ ਹੁੰਦੀ ਜਾ ਰਹੀ ਹੈ। ਗੂਗਲ ਤੇ ਅਸੀਂ ਹੁਣ ਟਾਈਪ ਕਿਸ ਤਰ੍ਹਾਂ ਕਰਨਾ ਹੈ ਪੰਜਾਬੀ ਨੂੰ, ਤੇ ਸਭ ਤੋਂ ਵੱਡੀ ਬੈਨੀਫਿਟ ਹੈਗੀ ਹੈ ਕਿ ਸਾਨੂੰ ਗੂਗਲ ਕਿਸ ਤਰੀਕੇ ਦੇ ਨਾਲ ਕਿਸ ਕੀਬੋਰਡ ਨੂੰ ਐਕਸੈਪਟ ਕਰਦਾ ਹੈ, ਸਾਨੂੰ ਉਹ ਵੀ ਸਿਖਾਇਆ ਜਾਂਦਾ ਹੈ। ਤੇ ਜੋ ਕਿ ਸਾਨੂੰ ਨਹੀਂ ਪਤਾ ਕਿ ਅਗਰ ਹੁਣ ਅਸੀਂ ਕੋਈ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਕਿ ਬਈ ਅਸੀਂ ਪੰਜਾਬੀ ਵਿੱਚ ਕਿਸ ਤਰ੍ਹਾਂ ਲਿਖਾਂਗੇ, ਸਾਨੂੰ ਨਹੀਂ ਪਤਾ। ਤੇ ਸਾਨੂੰ ਯੂਨੀਵਰਸਿਟੀ ਦੇ ਲੈਵਲ ਦੇ ਅੰਦਰ ਜੋ ਅਪਡੇਟਿਡ ਲਿੰਕ ਚੱਲ ਰਹੇ ਹੈ, ਜੋ ਅਪਡੇਟਿਡ ਐਪਲੀਕੇਸ਼ਨਸ ਚੱਲ ਰਹੀਆਂ, ਉਹਦੇ ਬਾਰੇ ਸਾਨੂੰ ਇਸ ਦੇ ਅੰਦਰ ਦੱਸਿਆ ਜਾਂਦਾ ਹੈ। ਹਾਂ ਜੀ, ਵਾਹ, ਚਲੋ ਇਹ ਤਾਂ ਬਹੁਤ ਚੰਗੀ ਗੱਲ ਹੈ। ਤੇ ਕੀ ਕਹਿਣਾ ਚਾਹੋਗੇ ਇਹ ਸਾਰੀ ਚੀਜ਼ਾਂ ਜੋ ਵੀ ਜਿਸ ਤਰੀਕੇ ਦੱਸੀਆਂ ਜਾਂਦੀ ਹੈ, ਤੇ ਉਸ ਤੋਂ ਬਾਅਦ ਹੁਣ ਆਪਾਂ ਆ ਜਾਂਦੇ ਆ ਤੇ ਚਲੋ ਸਰਟੀਫਿਕੇਟ ਕੋਰਸ ਦਾ ਹੋ ਗਿਆ। ਹੁਣ ਜੇ ਡਿਪਲੋਮਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੁੰਦਾ? ਸਰ ਡਿਪਲੋਮਾ ਦੇ ਅੰਦਰ ਜਿਸ ਤਰ੍ਹਾਂ ਕਿ ਸਾਨੂੰ ਮੈਂ ਸਿਲੇਬਸ ਤੋਂ ਮੈਂ ਤੁਹਾਨੂੰ ਦੱਸ ਦੇਣਾ ਕਿ ਐਡਵਾਂਸ ਲੈਵਲ ਦਾ ਹੈਗਾ, ਜਿਵੇਂ ਅਗੇਤਰ ਪਿਛੇਤਰ, ਇਹਦੇ ਬਾਰੇ ਸਾਨੂੰ ਨਹੀਂ ਪਤਾ। ਹੁਣ ਅਗਰ ਅਸੀਂ ਇਹਦੇ ਬਾਰੇ ਜਾਣੀਏ ਤੇ ਸਾਨੂੰ ਕਾਫੀ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਜੋ ਕਿ ਅਸੀਂ ਪਿੱਛੇ ਛੱਡ ਚੁੱਕੇ ਹਾਂ। ਸ਼ਬਦਾਂ ਦੇ ਅਰਥਾਂ ਦੀ ਸਿੱਖਿਆ ਤੇ ਨਾਲ ਸਭ ਤੋਂ ਜ਼ਿਆਦਾ ਅੱਛੀ ਚੀਜ਼ ਹੈ ਜਿਹੜੀ ਸਾਨੂੰ ਮਹੀਨਿਆਂ ਦੇ ਨਾਮ, ਸਾਨੂੰ ਗਿਣਤੀ ਲਿਖਣੀ ਸਿਖਾਈ ਜਾਂਦੀ ਹੈ ਪੰਜਾਬੀ ਦੇ ਅੰਦਰ, ਜੋ ਕਿ ਬਹੁਤ ਮਿਸਿੰਗ ਹੈ। ਅਸੀਂ ਆਪਣੀ ਕੋਈ ਰਾਈਟਰ ਦੀ ਕਿਤਾਬ ਵੀ ਦੇਖ ਲਈਏ, ਉਹ ਮੈਨੂੰ ਚੀਜ਼ ਹੁਣ ਸਮਝ ਆਉਂਦੀ ਕਿ ਉਹ ਥੱਲੇ ਇੰਗਲਿਸ਼ ਦੇ ਅੰਦਰ ਲਿਖਦੇ ਆ ਨੰਬਰਿੰਗ, ਬਟ ਉਹ ਗੁਰਮੁਖੀ ਦੇ ਅੰਦਰ ਨੰਬਰਿੰਗ ਹੋਣੀ ਚਾਹੀਦੀ ਹੈ, ਜੋ ਕਿ ਸਾਡੇ ਕਿੱਤੇ ਨਾਲ, ਸਾਨੂੰ ਪੰਜਾਬੀ ਦੇ ਨਾਲ ਜੋੜਦੀ ਹੈ। ਤੇ ਸਾਨੂੰ ਗਿਣਤੀ ਵੀ ਸਿਖਾਈ ਗਈ ਪੰਜਾਬੀ ਦੇ ਅੰਦਰ, ਸਾਨੂੰ ਦਰਖਤਾਂ ਦੇ ਨਾਮ, ਪੰਛੀਆਂ ਦੇ ਨਾਮ, ਜੋ ਕਿ ਅਗਰ ਸਾਡੇ ਤੋਂ ਕਿਸੇ ਕੋਲੋਂ ਪੁੱਛ ਲਓ ਸਾਨੂੰ 5 ਵੀ ਨਹੀਂ ਪਤਾ ਹੋਣਗੇ, ਤੇ ਸਾਨੂੰ ਇਹ ਚੀਜ਼ ਸਿਖਾਇਆ ਗਿਆ। ਉਸ ਤੋਂ ਬਾਅਦ ਸਾਨੂੰ ਸਭ ਤੋਂ ਮੇਨ ਗੱਲ ਹੈ, ਜਿਹੜੀ ਸਾਡੀ ਮੇਨ ਲੈਂਗੁਏਜ ਅੱਜ ਕੱਲ੍ਹ ਚੱਲ ਰਹੀ ਹੈ ਇੰਗਲਿਸ਼, ਸਾਨੂੰ ਇੰਗਲਿਸ਼ ਤੋਂ ਪੰਜਾਬੀ ਦੇ ਅੰਦਰ ਸਾਨੂੰ ਕਨਵਰਜਨ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਕਰਨਾ ਹੈ। ਸਾਨੂੰ ਕੁਝ ਵਰਡਸ ਦਿੱਤੇ ਗਏ ਕਿ ਜਿਹੜੇ ਕਿ ਇੰਗਲਿਸ਼ ਦੇ ਸੀਗੇ ਕਿ ਉਹਨੂੰ ਪੰਜਾਬੀ ਦੇ ਅੰਦਰ ਕਨਵਰਟ ਕਰੋ, ਸਾਨੂੰ ਉਹ ਸਿਖਾਇਆ ਗਿਆ। ਸਾਨੂੰ ਇਸ਼ਤਿਹਾਰ ਕਿਸ ਤਰ੍ਹਾਂ ਲਿਖਣਾ ਹੈ, ਨੋਟਿਸ ਕਿਸ ਤਰ੍ਹਾਂ ਲਿਖਣਾ ਹੈ, ਸਾਨੂੰ ਚਿੱਠੀ ਤੇ ਸਾਨੂੰ ਆਪਣਾ ਪੱਤਰ ਵਗੈਰਾ ਕਿਸ ਤਰ੍ਹਾਂ ਲਿਖਣੇ ਨੇ, ਸਾਨੂੰ ਪੈਰਾਗ੍ਰਾਫਸ ਕਿਸ ਤਰ੍ਹਾਂ ਲਿਖਣੇ ਨੇ, ਸਾਨੂੰ ਇਹ ਸਭ ਚੀਜ਼ਾਂ ਸਿਖਾਈਆਂ ਗਈਆਂ ਡਿਪਲੋਮਾ ਕੋਰਸ ਦੇ ਅੰਦਰ। ਤੇ ਮੁਹਾਵਰੇ ਜਿਹੜੇ ਅੱਜ ਕੱਲ੍ਹ ਸਾਡੇ ਐਡਵਾਂਸ ਆ ਗਏ ਨੇ ਜਾਂ ਕੁਝ ਸਾਡੇ ਜਿਹੜੇ ਪੁਰਾਣੇ ਨੇ, ਉਹ ਸਭ ਸਿਖਾਏ ਜਾਂਦੇ ਨੇ। ਠੀਕ ਹੈ। ਅੱਛਾ, ਇੱਕ ਤਾਂ ਇਹ ਤਾਂ ਰਹੀ ਪੰਜਾਬੀ ਡਿਪਾਰਟਮੈਂਟ ਸਿਖਾਉਂਦਾ, ਫਿਰ ਉਸ ਤੋਂ ਬਾਅਦ ਐਗਜ਼ਾਮ ਹੁੰਦਾ। ਸਰ ਜੀ ਐਗਜ਼ਾਮ ਦਿੰਦੇ ਹੋ ਤੁਸੀਂ? ਜੀ, ਸਾਡੇ ਫਿਰ ਐਗਜ਼ਾਮ ਤੁਸੀਂ? ਸਾਡੇ ਟੋਟਲੀ 2 ਦਿਨ ਦੇ ਐਗਜ਼ਾਮ ਹੁੰਦੇ ਆ। ਅੱਛਾ। ਇੱਕ ਦਿਨ ਸਾਡਾ ਕੰਪਲੀਟ ਰਾਈਟਿੰਗ ਹੈ, ਦੂਜੇ ਦਿਨ ਸਾਡਾ ਰਾਈਟਿੰਗ ਦੇ ਨਾਲ ਸਾਡਾ ਵਾਈਵਾ ਵੀ ਹੈ। ਅੱਛਾ। ਹਾਂਜੀ ਹਾਂਜੀ, ਜਿਵੇਂ ਅਸੀਂ 10ਵੀਂ 12ਵੀਂ ਦੇ ਅੰਦਰ ਵਾਈਵਾ ਦਿੱਤਾ ਹੁੰਦਾ ਹੈ ਸਾਨੂੰ, ਉਸ ਦੇ ਅੰਦਰ ਸਾਨੂੰ ਪੂਰੇ ਵਾਈਵਾ ਦੇ ਅੰਦਰ ਸਾਨੂੰ ਬੋਲਣਾ, ਲਿਖਣਾ, ਪੜ੍ਹਨਾ, ਹਰ ਇੱਕ ਚੀਜ਼ ਦੇ ਉੱਤੇ ਸਾਨੂੰ ਜੱਜ ਕੀਤਾ ਜਾਂਦਾ ਹੈ। ਓਕੇ, ਠੀਕ ਹੈ। ਠੀਕ ਹੈ। ਤੇ ਉਹਦੇ ਹਿਸਾਬ ਨਾਲ ਤੁਹਾਡਾ ਫਿਰ ਸਾਰਾ ਜਿਹੜਾ ਐਗਜ਼ਾਮ ਦਾ ਰਿਜ਼ਲਟ ਆਉਂਦਾ? ਬਿਲਕੁਲ ਸਰ, ਆ ਗਿਆ ਰਿਜ਼ਲਟ? ਬਿਲਕੁਲ ਸਰ, ਅੱਜ ਹੀ ਆਇਆ ਮੇਰਾ ਰਿਜ਼ਲਟ। ਹਾਂਜੀ। ਅਰੇ ਵਾਹ, ਕੀ ਆਇਆ ਰਿਜ਼ਲਟ? ਸਰ ਪਾਸ ਹੈ ਮੇਰਾ। ਅਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ। ਥੈਂਕ ਯੂ ਜੀ। ਤੇ ਆਲਮੋਸਟ 72% ਮੇਰੇ ਨੰਬਰ ਨੇ। ਅਰੇ ਵਾਹ। ਹਾਂਜੀ ਠੀਕ ਹੈ। ਤੇ ਕਿੰਨੀ ਕੁ ਮਿਹਨਤ ਕੀਤੀ ਸੀ ਕਿ ਉਦਾਂ ਹੀ ਨਾਰਮਲ ਰੈਗੂਲਰ? ਨਹੀਂ ਸਰ, ਮਿਹਨਤ ਤੇ ਬਹੁਤ ਕੀਤੀ ਸੀ। ਟਾਈਮ ਮਿਲ ਜਾਂਦਾ ਸੀਗਾ? ਮਤਲਬ ਕੁਝ ਸਪੈਸ਼ਲ ਮਿਹਨਤ ਕਰਨੀ ਪੈਂਦੀ ਸੀ ਜਾਂ ਤੁਸੀਂ ਆਪਣੀ ਜੌਬ ਦੇ ਨਾਲ ਨਾਲ ਕਰ ਲਿਆ? ਨਹੀਂ ਸਰ, ਜੌਬ ਦੇ ਨਾਲ ਨਾਲ ਬਹੁਤ ਔਖਾ ਸੀਗਾ। ਮੈਂ ਆਖਰੀ ਦੇ ਦਿਨਾਂ ਦੇ ਅੰਦਰ ਮੈਂ ਲੀਵ ਲਈ ਸੀ, ਤੇ 2 ਦਿਨ ਮੈਂ ਡਟ ਕੇ ਮੈਂ ਸਿਲੇਬਸ ਜਿਹੜਾ ਹੈ ਮੈਂ ਜਿੰਨਾ ਕੰਪਲੀਟ ਕਰ ਸਕਦਾ ਸੀਗਾ ਮੈਂ ਹਿੰਮਤ ਕਰਕੇ ਮੈਂ ਕੰਪਲੀਟ ਕੀਤਾ। ਤੇ ਨਾਲ ਮੇਰੇ ਕੁਝ ਕੋਲੀਗ ਸਨ ਜਿਨ੍ਹਾਂ ਨੇ ਮੈਨੂੰ ਹੈਲਪ ਕੀਤੀ, ਤੇ ਅਗਰ ਮੇਰਾ ਕੁਝ ਰਹਿ ਗਿਆ ਉਹਨਾਂ ਨੇ ਸਾਨੂੰ WhatsApp ਤੇ ਆਨਲਾਈਨ ਗੂਗਲ ਤੇ ਸਾਨੂੰ ਸਮਝਾਇਆ, ਜਿਹਦੇ ਕੇ ਨਾਲ ਅਸੀਂ 2 ਰਾਤਾਂ ਅਸੀਂ ਮਿਹਨਤ ਜ਼ਿਆਦਾ ਕੀਤੀ। ਬਾਕੀ ਅਸੀਂ ਪੇਪਰ ਤੋਂ 1 ਮਹੀਨਾ ਪਹਿਲੇ ਪੜ੍ਹਦੇ ਰਹੇ ਵੀਕਐਂਡਸ ਤੇ। ਠੀਕ ਹੈ। ਮੈਂ ਦੇਖ ਰਿਹਾ ਤੁਸੀਂ ਤਾਂ ਕੜਾ ਵੀ ਜਿਹੜਾ ਪਾਇਆ ਸ਼ਾਇਦ ਤੇ 35 ਅੱਖਰੀ ਬਣੀ ਹੈ। ਹਾਂਜੀ ਹਾਂਜੀ, ਇਹ ਮੇਰਾ ਕੜਾ ਵੀ ਮੈਂ ਹੁਣ ਚੇਂਜ ਕਰ ਲਿਆ ਕਿ ਇਹ ਸਾਡੇ ਇੱਕ ਮਾਧਿਅਮ ਹੈ, ਅਸੀਂ ਕਿਸ ਮਾਧਿਅਮ ਤੋਂ, ਕਿਸ ਮੀਡੀਅਮ ਤੋਂ ਅਸੀਂ ਪੰਜਾਬੀ ਨੂੰ ਪ੍ਰਮੋਟ ਕਰ ਸਕਨੇ ਆ। ਸਾਡੇ ਕੋਲ ਬਹੁਤ ਚੀਜ਼ਾਂ ਨੇ, ਅਸੀਂ ਟੀ-ਸ਼ਰਟਾਂ ਪਾ ਸਕਨੇ ਆ, ਅਸੀਂ ਕੜੇ ਪਾ ਸਕਨੇ ਆ, ਤੇ ਅਸੀਂ ਆਪਣੀ ਮੋਬਾਈਲ ਤੇ ਅਸੀਂ ਪੰਜਾਬੀ ਟਾਈਪ ਕਰੀਏ ਕਿ ਤਾਂ ਕਿ ਵੱਧ ਤੋਂ ਵੱਧ ਡਿਜੀਟਲ ਮੋਡ ਤੇ ਪੰਜਾਬੀ ਵੀ ਪ੍ਰਮੋਟ ਹੋਏ। ਚਲੋ, ਵਾਹ ਜੀ ਵਾਹ। ਅੱਛਾ, ਇੱਕ ਮੇਰਾ ਹੋਰ ਸਵਾਲ ਹੈ, ਕੁਝ ਕਾਲਜਸ ਦੇ ਵਿੱਚ ਵੀ ਮੇਰੀ ਗੱਲ ਹੋਈ ਸੀ ਕਿ ਜਿਹੜੇ ਕੁਝ ਖਾਲਸਾ ਕਾਲਜ ਨੇ ਦਿੱਲੀ ਦੇ ਵਿੱਚ, 4 ਖਾਲਸਾ ਕਾਲਜ ਨੇ, ਉਹਨਾਂ ਦੇ ਵਿੱਚ ਵੀ ਪੰਜਾਬੀ ਵਾਸਤੇ ਸ਼ਾਰਟ ਜਿਹੜੇ ਹੈਗੇ ਇਸ ਤਰੀਕੇ ਦੇ ਸਰਟੀਫਿਕੇਟ ਕੋਰਸ ਕੱਢੇ ਜਾਂਦੇ ਆ। ਇਸ ਬਾਰੇ ਹੈ ਤੁਹਾਨੂੰ ਕੋਈ? ਹਾਂਜੀ, ਮੈਂ ਇਸ ਦੇ ਬਾਰੇ ਥੋੜੀ ਮੈਂ ਰਿਸਰਚ ਕੀਤੀ ਸੀ। ਉਹ ਜਿਹੜੇ ਕਾਲਜ ਦੇ ਲੈਵਲ ਦੇ ਕੋਰਸਿਸ ਹੈ ਉਹਨਾਂ ਦੇ ਜਿਹੜੇ ਕ੍ਰਾਈਟੇਰੀਆਜ਼ ਨੇ ਉਹ ਥੋੜੇ ਕਾਲਜ ਲੈਵਲ ਦੇ ਨੇ, ਤੇ ਮੈਨੂੰ ਜਿੱਧਰ ਤੱਕ ਪਤਾ ਲੱਗਿਆ ਉੱਥੇ ਥੋੜਾ ਐਡਮਿਸ਼ਨ ਲੈਣਾ ਥੋੜਾ ਜਿਹਾ ਐਸ ਕੰਪੇਅਰ ਟੂ ਪੰਜਾਬੀ ਡਿਪਾਰਟਮੈਂਟ ਥੋੜਾ ਔਖਾ ਹੈ। ਤੇ ਯਾਨੀ ਕਿ ਆਪਾਂ ਇਹ ਕਹਿ ਲਈਏ ਕਿ ਐਡਵਾਂਸ ਲੈਵਲ ਜਿਨ੍ਹਾਂ ਨੂੰ ਆਂਦੀ ਹੈ 10th 12th ਤੱਕ, ਉਹਨਾਂ ਵਾਸਤੇ
ਉਹ ਕਾਲਜ ਦੇ ਵਿੱਚ ਜਾ ਸਕਦੇ ਆ। ਹਾਂਜੀ ਹਾਂਜੀ ਠੀਕ ਹੈ, ਬਟ ਜਿਨ੍ਹਾਂ ਨੇ ਕਦੀ ਪੰਜਾਬੀ ਨਹੀਂ ਸਿੱਖੀ ਉਹਨਾਂ ਵਾਸਤੇ ਪੰਜਾਬੀ ਡਿਪਾਰਟਮੈਂਟ ਹਾਂ ਔਰ ਜਿਹੜਾ ਉਹ ਸਰਟੀਫਿਕੇਟ ਮਿਲੇਗਾ ਉਹ ਦਿੱਲੀ ਯੂਨੀਵਰਸਿਟੀ ਤੋਂ ਮਿਲੇਗਾ ਪ੍ਰੋਪਰ। ਜਿਵੇਂ ਸਾਨੂੰ ਪੁਰਾਣੇ ਜ਼ਮਾਨੇ ਦੇ ਅੰਦਰ ਉਹ ਡਿਗਰੀ ਮਿਲਦੀ ਸੀ, ਮੋਟਾ ਲਿਖਿਆ ਹੁੰਦਾ ਸੀ ਯੂਨੀਵਰਸਿਟੀ ਆਫ ਦਿੱਲੀ ਇੰਗਲਿਸ਼ ਜਾਂ ਹਿੰਦੀ ਦੇ ਅੰਦਰ, ਤੇ ਸਾਨੂੰ ਉਸ ਤਰੀਕੇ ਦਾ ਹੀ ਮਿਲੇਗਾ। ਠੀਕ ਹੈ, ਵਾਹ ਜੀ ਵਾਹ। ਔਰ ਸੰਗਤ ਜੀ ਮੈਂ ਤੁਹਾਨੂੰ ਦੱਸਦਾ ਇਹ ਉਹਦਾ ਕੋਰਸ ਵੀ ਹੈਗਾ, ਮੈਂ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਪੂਰਾ ਪੰਜਾਬੀ ਡਿਪਾਰਟਮੈਂਟ ਜਿਹੜਾ ਦਿੱਲੀ ਯੂਨੀਵਰਸਿਟੀ ਦਾ ਉਹਦਾ ਸਾਰਾ ਇਹ ਸਿਲੇਬਸ ਹੈਗਾ। ਔਰ ਸਾਰੇ ਸਿਲੇਬਸ ਦੇ ਵਿੱਚ ਬੜੀ ਚੀਜ਼ਾਂ ਜਿਸ ਤਰ੍ਹਾਂ ਲਿੰਗ ਅਤੇ ਵਚਨ ਦੀ ਵਰਤੋਂ, ਅਗੇਤਰ ਪਿਛੇਤਰ, ਸ਼ੁੱਧ ਅਸ਼ੁੱਧ ਸ਼ਬਦਾਂ ਦੀ ਪਛਾਣ, ਔਰ ਬੜੀ ਸਾਰਾ ਮਤਲਬ ਪੂਰਾ ਇਹਦਾ ਸਿਲੇਬਸ ਹੈਗਾ ਕਿ ਤੁਹਾਨੂੰ ਪਤਾ ਲੱਗ ਜਾਏਗਾ ਅਖਾਣ ਅਤੇ ਮੁਹਾਵਰੇ, ਔਰ ਤੁਹਾਨੂੰ ਸਾਰਾ ਇਹਦੇ ਵਿੱਚ ਸਿਖਾਇਆ ਜਾਏਗਾ। ਔਰ ਬੜੀ ਸਾਰਾ ਪੰਜਾਬੀ ਸਾਹਿਤ ਜਿਹੜਾ ਹੈਗਾ ਉਹਦੇ ਬਾਰੇ ਵੀ। ਔਰ ਮੈਨੂੰ ਲੱਗਦਾ ਕਿ ਇਹ ਜੇ ਤੁਹਾਡੇ ਕੋਲ ਸਮਾਂ ਹੈ ਔਰ ਤੁਸੀਂ ਜੇ ਪੂਰੇ ਦਿਨ ਦੇ ਵਿੱਚ 1 ਘੰਟਾ ਕੱਢ ਸਕਦੇ ਹੋ, 8:30 ਤੋਂ 9:30 ਦਾ ਵੀ ਟਾਈਮ ਦੱਸ ਰਿਹਾ। ਹੁਣ ਅਗਲੇ ਟਾਈਮ ਕੀ ਹੋਣਗੇ ਉਹਦੇ ਬਾਰੇ ਅਸੀਂ ਜਾਣਕਾਰੀ ਨਹੀਂ ਦੇ ਸਕਦੇ, ਪਰ ਵੀਰ ਜੀ ਕਹਿੰਦੇ ਅਸੀਂ ਪਿਛਲੇ ਸਾਲ ਇਸ ਟਾਈਮ ਦੇ ਵਿੱਚ ਇੱਕ ਪੜ੍ਹਿਆ, ਸਿਰਫ ਦਿਨ ਦਾ 1 ਘੰਟਾ ਹੈ, ਤਕਰੀਬਨ ਵੀਕਐਂਡਸ ਦੇ ਵਿੱਚ ਹੀ ਵੀਕਡੇਜ਼ ਦੇ ਵਿੱਚ ਹੀ ਤੁਸੀਂ ਜਾ ਕੇ 1 ਘੰਟਾ ਜੇ ਕੱਢੋ, ਹੋਰ ਦਿੱਲੀ ਯੂਨੀਵਰਸਿਟੀ ਜਾ ਕੇ ਤੁਸੀਂ ਪੰਜਾਬੀ ਸਿੱਖ ਸਕਦੇ ਹੋ। ਉਹ ਕਹਿੰਦੇ ਬੜੇ ਅੱਛੇ ਮਾਹੌਲ ਦੇ ਵਿੱਚ ਜਿਹੜੇ ਲੈਕਚਰਰਸ ਉਹ ਪੜ੍ਹਾਉਂਦੇ ਆ। ਔਰ ਇਹ ਇੱਕ ਫਾਰਮ ਵੀ ਹੈਗਾ ਉਹਦਾ ਸੰਗਤ ਜੀ, ਫਾਰਮ ਜਿਹੜਾ ਹੈਗਾ ਤੁਸੀਂ ਫਿਲ ਕਰ ਸਕਦੇ ਹੋ। ਇਹਦੀ ਲਿੰਕ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਤੁਸੀਂ ਲਾਈਵ ਦੇਖ ਰਹੇ ਹੋ YouTube ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਸੀਂ ਤੁਹਾਨੂੰ ਦੇ ਦੇਵਾਂਗੇ। ਔਰ ਬਹੁਤ ਸ਼ਾਨਦਾਰ ਉਪਰਾਲਾ ਹੈ ਔਰ ਬਹੁਤ ਚੰਗਾ ਉਪਰਾਲਾ। ਮੈਨੂੰ ਲੱਗਦਾ ਕਿ ਜੇ ਤੁਸੀਂ ਪੰਜਾਬੀ ਨੂੰ ਜੇ ਪਿਆਰ ਕਰਦੇ ਹੋ, ਔਰ ਕਿਹੜੇ ਉਹ ਚਿਹਰੇ ਜਿਹੜੇ ਵਾਂਝੇ ਰਹਿ ਗਏ ਆ, ਸਿੱਖ ਨਹੀਂ ਪਾਏ ਪੰਜਾਬੀ ਜਾਂ ਮੌਕਾ ਨਹੀਂ ਮਿਲ ਪਾਇਆ, ਉਹਨਾਂ ਵਾਸਤੇ ਇੱਕ ਬੜਾ ਚੰਗਾ ਮੌਕਾ ਹੈਗਾ। ਔਰ ਕਈ ਵਾਰੀ ਤਾਂ ਮੈਨੂੰ ਲੱਗਦਾ ਸਾਡੀਆਂ ਭੈਣਾਂ ਵਾਸਤੇ ਜਿਹੜੀਆਂ ਹਾਊਸ ਵਾਈਫਸ ਹੈਗੀਆਂ ਉਹਨਾਂ ਵਾਸਤੇ ਵੀ ਬੜਾ ਚੰਗਾ ਮੌਕਾ ਹੈ। ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਜਿਹੜੇ ਯੂਥ ਜਿਹੜਾ ਹੈਗਾ, ਜਿਹੜੇ ਨੌਜਵਾਨ ਜਿਹੜੇ ਨੇ ਨੌਕਰੀ ਕਰ ਰਹੇ, ਕਈ ਲੋਕਾਂ ਦਾ ਕਾਲਜ ਜਾਣ ਦਾ, ਦਿੱਲੀ ਯੂਨੀਵਰਸਿਟੀ ਜਾਣ ਦਾ ਜੇ ਸੁਪਨਾ ਅਧੂਰਾ ਰਹਿ ਗਿਆ ਉਹ ਵੀ ਪੂਰਾ ਕੀਤਾ ਜਾ ਸਕਦਾ ਹੈ। ਅੱਛਾ, ਅਖੀਰ ਤੇ ਗੱਲ ਹੈ ਇਹਦੀ ਫੀਸ ਕਿੰਨੀ ਹੈਗੀ ਹੈ? ਸਰ ਇਹਦੀ ਜਿਹੜੀ ਲਾਸਟ ਈਅਰ ਦੀ ਫੀਸ ਸੀ ਸਾਡੀ, ਅਸੀਂ 1400 ਰੁਪਏ ਭਰੀ ਸੀ। ਅੱਛਾ, ਇਸ ਈਅਰ ਕੁਝ ਚੇਂजेस हैं। ਅੱਛਾ, ਤੇ ਹੋ ਸਕਦਾ ਹੈ ਕਿ ਉਹ 1600 ਜਾਂ 1700 ਹੈ, ਮਤਲਬ 2000 ਤੋਂ ਘੱਟ ਹੀ ਹੈ। 2000 ਪਰ ਮੰਥ ਜਾਂ ਨਹੀਂ ਪੂਰੇ ਸਾਲ ਦੀ ਫੀਸ? ਜੀ ਪੂਰੇ ਸਾਲ ਦੀ। ਅੱਛਾ, ਪੂਰੇ ਸਾਲ ਦੀ ਤੁਸੀਂ 1400 ਰੁਪਏ ਫੀਸ ਭਰੀ? ਹਾਂਜੀ। ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਦਿੱਤਾ। ਮੈਨੂੰ ਲੱਗਦਾ ਕਿ 4 ਬੰਦੇ ਬਹਿ ਕੇ ਜੇ ਰੋਟੀ ਖਾਣ ਤਾਂ ਇੰਨਾ ਬਿੱਲ ਬਣ ਜਾਂਦਾ। ਜੀ ਸਰ, ਤੇ ਮੈਂ ਨਾਲ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹਾਂਗਾ। ਹੋਰ ਤੁਸੀਂ ਉਹਦੇ ਪੈਸੇ ਦੇ ਵਿੱਚ ਤੁਸੀਂ ਪੂਰੀ 1 ਸਾਲ ਦੀ ਪੰਜਾਬੀ ਦੀ ਤੁਹਾਡੀ ਫੀਸ ਹੈ? ਜੀ ਸਰ। ਕੋਈ ਉਸ ਤੋਂ ਇਲਾਵਾ ਕੋਈ ਚਾਰਜ ਨਹੀਂ, ਹੋਰ ਕੋਈ ਚਾਰजेस ਨਹੀਂ ਸਰ। ਕਮਾਲ ਹੈ ਸੰਗਤ ਜੀ, ਇਸ ਤੋਂ ਵੱਡਾ ਸੁਨਹਿਰਾ ਮੌਕਾ ਨਹੀਂ ਮੈਨੂੰ ਲੱਗਦਾ ਮਿਲ ਸਕਦਾ। ਹੋਰ ਇਹ ਹਰ ਸਾਲ ਹੁੰਦਾ ਆ ਰਿਹਾ, ਸ਼ਾਇਦ ਕਈ ਲੋਕਾਂ ਨੂੰ, ਮੈਨੂੰ ਵੀ ਇਹਦੀ ਜਾਣਕਾਰੀ ਨਹੀਂ ਸੀ। ਮੈਂ ਤੁਹਾਨੂੰ ਦਵਾਂ ਮੇਰੀ ਜੋ ਕਿ ਜਾਣਕਾਰੀ ਬੜੀ ਸੀਮਿਤ ਸੀ ਇਸ ਮਾਮਲੇ ਦੇ, ਮੈਨੂੰ ਵੀ ਵੀਰ ਜੀ ਨੇ ਦੱਸਿਆ ਤੇ ਆਪਾਂ ਕਿਹਾ ਵੀਰ ਜੀ ਆਪਾਂ ਜ਼ਰੂਰ ਸੰਗਤ ਤੱਕ ਜਾਣਕਾਰੀ ਪਹੁੰਚਾਵਾਂਗੇ। ਹਾਂਜੀ, ਮੇਰੀ ਇੱਕ ਛੋਟੀ ਜੀ ਹੋਰ ਰਿਕੁਐਸਟ ਹੈ। ਅਸੀਂ ਬਹੁਤ ਸਾਰੇ ਆਪਣੇ ਆਪ ਨੂੰ ਐਗਜ਼ਾਮਪਲ ਦਿੰਦੇ ਆ ਜਾਂ ਅਸੀਂ ਗਲਤੀਆਂ ਕੱਢਦੇ ਆ, ਚਾਹੇ ਆਪਣੀ ਕੌਮ ਤੇ ਜਾਂ ਪੰਜਾਬੀਅਤ ਤੇ ਜਾਂ ਸਰਕਾਰਾਂ ਤੇ, ਕਿ ਬਈ ਪੰਜਾਬੀ ਰੋਕੀ ਜਾ ਰਹੀ ਹੈ। ਬਟ ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਹੁਣ ਸਾਡੇ ਕੋਲ ਇੱਕ ਖਿੱਤਾ ਹੈ, ਇੱਕ ਡਿਪਾਰਟਮੈਂਟ ਹੈ, ਅਸੀਂ ਪੜ੍ਹ ਸਕਨੇ ਆ, ਬਟ ਅਸੀਂ ਉਹਨੂੰ ਪ੍ਰਮੋਟ ਹੀ ਨਹੀਂ ਕਰ ਰਹੇ। ਸਾਡੀ ਪਿਕਚਰਾਂ ਆਉਂਦੀਆਂ ਅੱਜ ਕੱਲ੍ਹ, ਅਸੀਂ ਰੀਲਸ ਬਣਾਉਂਦੇ ਆ। ਮੈਂ ਕਾਫੀ ਲੋਕਾਂ ਨੂੰ ਕਿਹਾ ਫੋਨ ਕਰਕੇ ਜਿਨ੍ਹਾਂ ਦਾ ਸੋਸ਼ਲ ਮੀਡੀਆ ਥੋੜਾ ਸਟਰੋਂਗ ਹੈ, ਤੇ ਉਹਨਾਂ ਨੂੰ ਮੈਂ ਸਪੈਸ਼ਲੀ ਫੋਨ ਕੀਤਾ, ਮੈਂ ਆਪਣੇ ਪੈਂਪਲੇਟ ਜਾਂ ਇਹ ਪੋਸਟਰ ਜਿਹੜੇ ਮੈਂ ਬਣਾਏ ਉਹ ਭੇਜੇ, ਮਗਰ ਉਹਨਾਂ ਨੇ ਮੈਨੂੰ ਸਹਿਯੋਗ ਨਹੀਂ ਦਿੱਤਾ, ਉਹਨਾਂ ਨੇ ਮੈਨੂੰ ਸਾਥ ਨਹੀਂ ਦਿੱਤਾ। ਉਹਨਾਂ ਨੂੰ ਸ਼ਾਇਦ ਇਹ ਲੱਗਿਆ ਕਿ ਮੇਰਾ ਕੋਈ ਪਰਸਨਲ ਇੰਟਰਸਟ ਹੈ ਇਹਦੇ ਅੰਦਰ, ਮੈਨੂੰ ਯੂਨੀਵਰਸਿਟੀ ਤੋਂ ਕੋਈ ਕਮਿਸ਼ਨ ਮਿਲ ਰਹੀ ਹੈ, ਜਦਕਿ ਮੈਂ ਸਪੈਸ਼ਲੀ ਆਪਣੇ ਪੋਸਟਰ ਤੇ ਲਿਖਿਆ ਹੋਇਆ ਕਿ ਮੈਂ ਇਹਦੇ ਤੋਂ ਕੁਝ ਕਮਾ ਨਹੀਂ ਰਿਹਾ, ਮੇਰਾ ਕੋਈ ਮੁਨਾਫਾ ਨਹੀਂ। ਤੁਸੀਂ ਡਾਇਰੈਕਟ ਜਾ ਸਕਦੇ ਹੋ, ਤੁਸੀਂ ਮੇਰਾ ਨਾਮ ਨਾ ਵੀ ਲੈ ਕੇ ਤੁਸੀਂ ਐਡਮਿਸ਼ਨ ਲੈ ਲਓ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਅਗਰ ਕੁਝ 2 ਬੰਦੇ ਵੀ ਐਡਮਿਸ਼ਨ ਲੈ ਲੈਣਗੇ ਤੇ ਸ਼ਾਇਦ ਉਸ ਤੋਂ ਇਲਾਵਾ ਜਿਹੜੇ 2 ਅਗਲੇ ਹੋਰ ਆਣਗੇ, ਉਹਨਾਂ ਦੇ ਪੜ੍ਹਨ ਤੋਂ ਬਾਅਦ, ਉਹਨਾਂ ਨੂੰ ਜਾਣਨ ਤੋਂ ਬਾਅਦ, ਤੇ ਉਹ ਅੱਗੇ ਸਾਡਾ ਕਾਊਂਟ ਵੱਧਦਾ ਰਹੇਗਾ। ਮਗਰ ਇਹ ਸਾਡੀ ਆਪਣੇ ਲੋਕਾਂ ਦੀ ਕਮੀ ਹੈ ਜੋ ਕਿ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੇ, ਤੇ ਇਸ ਕਰਕੇ ਸ਼ਾਇਦ ਪੰਜਾਬੀ ਰੁਕ ਰਹੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਫਿਲਮਾਂ ਆਉਂਦੀਆਂ ਉਹ ਇੰਨੀਆਂ ਕਾਮਯਾਬ ਕਿਉਂ ਹੋਈਆਂ? ਕਿਉਂਕਿ ਅਸੀਂ ਇੱਕ ਟਾਈਮ ਤੇ ਕੈਰੀ ਔਨ ਜੱਟਾ ਦੇਖੀ, ਅਸੀਂ ਦਿਲਜੀਤ ਨੂੰ ਦੇਖਿਆ ਕਾਮੇਡੀ ਕਰਦੇ ਹੋਏ, ਠੀਕ ਹੈ, ਤੇ ਅਸੀਂ ਦੇਖਿਆ ਕਿ ਬਈ ਕੈਰੀ ਔਨ ਜੱਟਾ ਜਾਂ ਜੱਟ ਐਂਡ ਜੂਲੀਅਟ ਪਿਕਚਰਾਂ ਉਹ ਸਨ ਜਿਹੜੀਆਂ ਪੰਜਾਬੀ ਇੰਡਸਟਰੀ ਨੂੰ, ਪੰਜਾਬੀ ਫਿਲਮਾਂ ਨੂੰ ਅੱਗੇ ਲੈ ਕੇ ਆਈਆਂ। ਨਹੀਂ, ਉਸ ਤੋਂ ਪਹਿਲੇ ਇੰਡਸਟਰੀ ਬਹੁਤ ਵੀਕ ਸੀ, ਤੇ ਉਹ ਅਸੀਂ ਸ਼ੇਅਰ ਕੀਤੇ, ਅਸੀਂ ਸੋਸ਼ਲ ਮੀਡੀਆ ਤੇ ਪਾਇਆ, ਮਗਰ ਇਸ ਕੋਰਸ ਦੇ ਬਾਰੇ ਕੋਈ ਪਾ ਹੀ ਨਹੀਂ ਰਿਹਾ, ਤੇ ਫਿਰ ਇਹ ਅੱਗੇ ਵਧੇਗਾ ਕਿਸ ਤਰ੍ਹਾਂ? ਬਿਲਕੁਲ। ਸੋ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਸੰਗਤ ਜੀ ਬੜੇ ਪਿਆਰ ਨਾਲ ਬੇਨਤੀ ਹੈ ਕਿ ਆਪਾਂ ਸੋਸ਼ਲ ਮੀਡੀਆ ਤੇ ਬੜੀ ਚੀਜ਼ਾਂ ਅਸੀਂ ਸ਼ੇਅਰ ਕਰਦੇ ਆ, ਪਰ ਜੇ ਆਪਾਂ ਮਾਂ ਬੋਲੀ ਨਾਲ, ਪੰਜਾਬੀ ਨਾਲ, ਜੇ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ
ਜਾਂ ਤੁਸੀਂ ਜਾਂ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਦਿੱਲੀ ਤੋਂ ਬਾਹਰਲੇ ਲੋਕ ਆ ਉਹ ਵੀ ਆ ਕੇ ਸਿੱਖ ਸਕਦੇ ਬਿਲਕੁਲ ਸਰ, ਅਗਰ ਉਹਨਾਂ ਕੋਲ ਰਹਿਣ ਦਾ ਕੋਈ ਇੰਤਜ਼ਾਮ ਹੈ ਜਾਂ ਜਿਹੜੇ ਦਿੱਲੀ ਐਨਸੀਆਰ ਤੋਂ ਦਿੱਲੀ ਅਪ ਡਾਊਨ ਕਰ ਸਕਦੇ ਆ, ਸੋ ਮੇਰੀ ਤੇ ਸੰਗਤ ਨੂੰ ਇਹੀ ਗੁਜ਼ਾਰਿਸ਼ ਹੈ ਜਾਂ ਜੋ ਤੁਹਾਡੇ ਸ਼ੋਅ ਤੇ ਹੁਣ ਮੈਨੂੰ ਦੇਖਣ ਜਾਂ ਟੈਲੀਕਾਸਟ ਹੈ ਦੇਖਣ, ਕਿ ਤੁਸੀਂ ਆਇਡੈਂਟੀਫਾਈ ਕਰੋ ਉਹ ਬੰਦੇ ਜਿਹੜੇ ਇਸ ਟਾਈਮ ਤੇ ਸਵੇਰੇ ਦੇ ਟਾਈਮ ਤੇ ਫ੍ਰੀ ਨੇ ਤੇ ਜਿਹੜੇ ਪੰਜਾਬੀ ਸਿੱਖ ਸਕਦੇ ਨੇ। ਜਿਹੜੇ ਨਹੀਂ ਵੀ ਸਿੱਖ ਸਕਦੇ ਤੁਸੀਂ ਉਹਨਾਂ ਨੂੰ ਵੀ ਦੱਸੋ ਜ਼ਬਰਦਸਤੀ ਫੋਨ ਕਰਕੇ ਜਾਂ ਮੈਸੇजेस ਕਰਕੇ। ਐਟਲੀਸਟ ਤੁਸੀਂ 100 ਮੈਸੇਜ ਕਰੋਗੇ, ਕੋਈ 100 ਵਿੱਚੋਂ 5 ਤੇ ਜੁਆਇਨ ਕਰਨਗੇ। ਜਦੋਂ 5 ਜੁਆਇਨ ਕਰਨਗੇ ਅਗਲੇ ਸਾਲ ਉਹ ਜਦ ਅੱਗੇ ਦੱਸਣਗੇ ਤੇ ਧੀਰੇ ਧੀਰੇ ਕਾਊਂਟ ਵਧੇਗਾ ਤੇ ਇੱਕ ਨਾ ਇੱਕ ਦਿਨ ਆ ਕੇ ਮੈਨੂੰ ਲੱਗਦਾ ਕਿ ਇਹ ਕਾਊਂਟ ਜ਼ਿਆਦਾ ਵੱਡਾ ਹੋਣਾ ਚਾਹੀਦਾ ਹੈ। ਤੇ ਮੈਂ ਦਿੱਲੀ ਯੂਨੀਵਰਸਿਟੀ ਨੂੰ ਵੀ ਮੇਰੀ ਰਿਕੁਐਸਟ ਹੈ ਤੇ ਪੰਜਾਬੀ ਡਿਪਾਰਟਮੈਂਟ ਨੂੰ ਵੀ ਰਿਕੁਐਸਟ ਹੈ ਕਿ ਅਗਰ ਇਸ ਕੋਰਸ ਨੂੰ ਅਸੀਂ ਆਨਲਾਈਨ ਮੋਡ ਤੇ ਲੈ ਕੇ ਆਈਏ ਤੇ ਇਹ ਡਿਪਾਰਟਮੈਂਟ ਨੂੰ ਥੋੜਾ ਇਹਦੇ ਵੱਲ ਥੋੜਾ ਜਿਹਾ ਹੋਰ ਆਸਾਨੀ ਹੋ ਜਾਏਗੀ ਤੇ ਆਨਲਾਈਨ ਮੋਡ ਤੋਂ ਕੈਂਡੀਡੇਟਸ ਵੀ ਵਧਣਗੇ ਤੇ ਥੋੜਾ। ਅਜੇ ਕਿੰਨੇ ਸਟੂਡੈਂਟ ਆਉਂਦੇ ਆ ਸਰ? ਹਲੇ ਸਟੂਡੈਂਟਸ ਲਾਸਟ ਬੈਚ ਸਾਡਾ ਸੀਗਾ 40-50 ਬੱਚਿਆਂ ਦਾ। ਸਾਡੀ ਕਲਾਸ ਫੁੱਲ ਰਹਿੰਦੀ ਸੀ ਪੂਰੀ ਦਿੱਲੀ ਦੇ ਵਿੱਚ, ਪੂਰੀ ਇੰਡੀਆ ਦੇ ਵਿੱਚ। ਹਾਂਜੀ ਬਟ ਇਹ ਸੀਗਾ ਟਾਈਮ ਟੂ ਟਾਈਮ ਜਿਵੇਂ ਅਸੀਂ ਵੱਧਦੇ ਗਏ ਅੱਗੇ, ਕੋਈ ਫੈਮਿਲੀ ਪ੍ਰੋਬਲਮ ਜਾਂ ਕੁਝ ਪ੍ਰੋਬਲਮਸ ਮੈਡੀਕਲ ਹੋ ਗਈਆਂ ਜਾਂ ਕੋਈ ਮੌਸਮ ਦੇ ਕਾਰਨ ਕਮੀ ਹੋ ਗਈ, ਕੋਈ ਜਿਹੜੇ ਦੂਰੋਂ ਆ ਰਹੇ ਆ, ਜਾਂ ਸਾਡੀ ਅੰਡਰਸਟੈਂਡਿੰਗ ਅਸੀਂ ਇੰਨੀ ਹੋ ਗਈ ਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਸੀਗੇ ਕਿ ਬਈ ਤੂੰ ਅਗਰ ਜੌਬ ਤੇ ਜਾ ਰਿਹਾ ਜਾਂ ਤੇਰੇ ਘਰ ਕੋਈ ਮਤਲਬ ਕਿਸੇ ਦੀ ਤਬੀਅਤ ਖਰਾਬ ਹੈ, ਮਦਰ ਦੀ ਜਾਂ ਕਿਸੇ ਹੋਰ ਦੀ, ਜਾਂ ਕੋਈ ਪ੍ਰੋਬਲਮ ਹੈ ਤੇ ਕੋਈ ਲੋੜ ਨਹੀਂ, ਅਸੀਂ ਇੱਕ ਦੂਜੇ ਨੂੰ ਹੈਲਪ ਕਰਕੇ ਵੀਕਐਂਡ ਤੇ ਗਾਈਡ ਪੂਰਾ ਕਰਦੇ ਸੀਗੇ। ਸੰਗਤ ਜੀ ਉਹੀ ਵਾਲੀ ਗੱਲ ਹੈ ਕਿ ਇਹ ਇੱਕ ਸਾਡੀ ਵੀ ਇੱਕ ਕਮੀ ਰਹੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਆਈ ਬਹੁਤ ਸਾਰੀ ਵੀਡੀਓਜ਼ ਰੀਲਸ ਸ਼ੇਅਰ ਕਰ ਦਿਆਂਗੇ ਜਿਹੜੀ ਬੇਤੁਕੀ ਹੋਣਗੀਆਂ, ਬੇਲੋੜੀਆਂ ਹੋਣਗੀਆਂ, ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੋਣਗੇ ਨਾ, ਜੇ ਤੁਸੀਂ ਕਿਤੇ ਨਾ ਕਿਤੇ ਪਿਆਰ ਕਰਦੇ ਹੋ ਤਾਂ ਤੁਸੀਂ ਜਾਂ ਤੇ ਇਹ ਕੋਰਸ ਨੂੰ ਜੁਆਇਨ ਕਰੋ ਜੇ ਤੁਸੀਂ ਨਹੀਂ ਪੰਜਾਬੀ ਕੀਤੀ, ਤੇ ਜਾਂ ਜੇ ਤੁਸੀਂ ਨਹੀਂ ਜੇ ਕੋਰਸ ਜੁਆਇਨ ਕਰ ਸਕਦੇ ਕਿਸੇ ਹੋਰ ਨੂੰ ਪ੍ਰੇਰੋ, ਤੇ ਜੇ ਫਿਰ ਵੀ ਕੁਝ ਨਹੀਂ ਕਰ ਸਕਦੇ ਤੇ ਐਟਲੀਸਟ ਨਾ ਇੱਕ ਸ਼ੇਅਰ ਦਾ ਬਟਨ ਦਬਾ ਕੇ ਨਾ ਇਹ ਵੀਡੀਓ ਸਾਰਿਆਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਕੀ ਪਤਾ ਤੁਹਾਡੇ ਕਿਸੇ ਸ਼ੇਅਰ ਦੇ ਨਾਲ ਕਿਸੇ ਲੋੜਵੰਦ ਸ਼ਾਇਦ ਕੋਈ ਉਡੀਕ ਰਿਹਾ ਹੋਵੇ ਕਿ ਵੀ ਇਹ ਪੰਜਾਬੀ ਦਾ ਜਿਹੜਾ ਹੈਗਾ ਡਿਪਲੋਮਾ ਸ਼ਾਇਦ ਮੈਂ ਕੋਈ ਕਿਤੇ ਸਿੱਖ ਸਕਾਂ ਜਾਂ ਕਰ ਸਕਾਂ, ਤੇ ਮੈਨੂੰ ਲੱਗਦਾ ਉਹਦੇ ਵਾਸਤੇ ਜੇ ਤੁਹਾਡੇ ਕਿਸੇ ਸ਼ੇਅਰ ਤੋਂ ਕਿਸੇ ਦਾ ਭਲਾ ਹੋ ਜਾਏ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਵੀ ਇੱਕ ਬੜੀ ਇੱਕ ਸੇਵਾ ਲੱਗ ਜਾਏਗੀ ਤੇ ਮੈਨੂੰ ਲੱਗਦਾ ਕਿ ਬੜੀ ਇੱਕ ਚੰਗੀ ਤੁਹਾਡੀ ਮੈਨੂੰ ਲੱਗਦਾ ਸੋਸ਼ਲ ਮੀਡੀਆ ਯੂਜ਼ ਕਰਨ ਦਾ ਤੁਹਾਡਾ ਨਾ ਕੋਈ ਫਾਇਦਾ ਹੋ ਜਾਵੇਗਾ। ਸੋ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸ਼ੇਅਰ ਕਰਿਓ, ਦੂਜੀ ਵੀਡੀਓ ਸ਼ੇਅਰ ਕਰ ਦਿਓ, ਇਹਨੂੰ ਵੀ ਕਰ ਦਿਓ। ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਵੀਡੀਓ ਹੈ। ਇਹ ਵੀਰ ਸਾਡੇ ਕੋਲ ਆਇਆ, ਕਿਸੇ ਪੋਲੀਟੀਕਲ ਪਾਰਟੀ ਤੋਂ ਸੰਬੰਧ ਨਹੀਂ ਰੱਖਦਾ, ਇੰਡੀਵਿਜੂਅਲ ਹੈ, ਕਿਸੇ NGO ਤੋਂ ਸੰਬੰਧ ਨਹੀਂ ਰੱਖਦਾ, ਕਿਸੇ ਟਰਸਟ ਤੋਂ, ਕਿਸੇ ਸੋਸਾਇਟੀ ਤੋਂ, ਕਿਸੇ ਗੁਰਦੁਆਰੇ ਤੋਂ ਸੰਬੰਧ ਨਹੀਂ ਰੱਖਦਾ, ਸੰਬੰਧ ਰੱਖਦਾ ਸਿਰਫ ਪੰਜਾਬੀ ਤੋਂ। ਮਾਂ ਬੋਲੀ ਤੇ ਪਿਆਰ ਕਰਕੇ ਖਿੱਚਿਆ ਆਇਆ। ਬੇਨਤੀ ਕੀਤੀ ਕਿ ਵੀਰ ਜੀ ਇਸ ਚੀਜ਼ ਨੂੰ ਜ਼ਰੂਰ ਪ੍ਰਮੋਟ ਕਰੋ। ਆਪਾਂ ਕਿਹਾ ਭਾਈ ਸੰਗਤ ਦਾ ਚੈਨਲ ਹੈ ਤੇ ਜ਼ਰੂਰ ਆਪਾਂ ਪੰਜਾਬੀ ਮਾਂ ਬੋਲੀ ਵਾਸਤੇ ਕੁਝ ਕਰ ਸਕਦੇ ਹਾਂ ਤੇ ਜ਼ਰੂਰ ਇਹ ਪ੍ਰੋਗਰਾਮ ਤੁਹਾਡੇ ਨਜ਼ਰ ਕੀਤਾ। ਇਹਦੀ ਲਾਸਟ ਡੇਟ ਤੁਹਾਨੂੰ ਦੱਸ ਦਈਏ ਜੀ 15 ਜੁਲਾਈ ਹੈਗੀ ਹੈ। 15 ਜੁਲਾਈ ਹੈ ਜੀ ਸਰ, 15 ਜੁਲਾਈ ਤੱਕ ਹੈਗੀ ਹੈ। ਇਹਦੇ ਫਾਰਮਸ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜੋ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਲਿੰਕ ਭੇਜ ਦਈਏ, ਸਿਲੇਬਸ ਦੇ ਵੀ ਅਸੀਂ ਲਿੰਕ ਪਾ ਦਿੰਦੇ ਹਾਂ। ਹੋਰ ਜੇ ਤੁਸੀਂ ਦਿੱਲੀ ਯੂਨੀਵਰਸਿਟੀ ਤੱਕ ਆ ਸਕਦੇ ਹੋ ਪੰਜਾਬੀ ਡਿਪਾਰਟਮੈਂਟ, ਤੇ ਉੱਥੇ ਆ ਕੇ ਤੁਸੀਂ ਇਹ ਕੋਰਸ ਨੂੰ ਸਿੱਖ ਸਕਦੇ ਹੋ, ਪੜ੍ਹ ਸਕਦੇ ਹੋ। ਔਰ ਮੇਰੀ ਬੇਨਤੀ ਹੈ ਕਿ ਜਿਹੜੇ ਸਾਡੇ ਕੌਮ ਦੇ ਆਗੂ ਨੇ, ਜਿਹੜੇ ਲੀਡਰ ਹੈ, ਐਟਲੀਸਟ ਤੁਸੀਂ ਤਾਂ ਇਸ ਚੀਜ਼ ਬਾਰੇ ਪ੍ਰਚਾਰ ਜ਼ਰੂਰ ਕਰੋ। ਜੇ ਭਾਈ ਜਿੰਨੇ ਵੀਡੀਓ ਦੇਖ ਲਈਆਂ, ਜੋ ਕਰ ਲਿਆ, ਜੇ ਇਸ ਚੀਜ਼ ਬਾਰੇ ਜਾਣਕਾਰੀ ਗੁਰਦੁਆਰਿਆਂ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਗ੍ਰੰਥੀ ਸਿੰਘਾਂ ਕੋਲੋਂ ਪ੍ਰਚਾਰਕਾਂ ਪਾਸੋਂ ਇਸ ਗੱਲ ਦੀ ਅਨਾਉਂਸਮੈਂਟ ਕਰਵਾਓ ਤਾਂ ਕਿ ਪਤਾ ਲੱਗੇ। ਜਿਹੜੇ ਲੋਕ ਪੰਜਾਬੀ ਸਵੇਰੇ ਸ਼ਾਮ ਆਪਾਂ ਗੁਰੂ ਘਰ ਬੜੀ ਸੰਗਤ ਜਾਂਦੀ ਹੈ, ਜੇ ਘਰ ਘਰ ਦੇ ਵਿੱਚ ਜੇ ਸਾਡੇ ਲੀਡਰ ਹੈਗਾ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਣ ਤਾਂ ਮੈਨੂੰ ਲੱਗਦਾ ਜਿੱਥੇ ਪਿਛਲੇ ਸਾਲ ਸੈਸ਼ਨ 'ਚ 40 ਬੱਚੇ ਸੀਗੇ, ਡਿਮਾਂਡ ਹੀ ਜੇ ਇੰਨੀ ਵੱਧ ਜਾਏਗੀ ਤਾਂ ਕਿਉਂ ਨਹੀਂ ਕੋਰਸ ਆਨਲਾਈਨ ਹੋਣਗੇ। ਪੰਜਾਬੀ ਡਿਪਾਰਟਮੈਂਟ ਦੇ ਹੋਰ ਕਲਾਸਾਂ ਵੱਧ ਜਾਣਗੀਆਂ। ਹੋ ਸਕਦਾ ਅੱਜ ਇੱਕੋ ਜਗ੍ਹਾ ਕਲਾਸ ਹੋ ਰਹੀ ਹੈ, ਜੇ ਡਿਮਾਂਡ ਵੱਧ ਜਾਏਗੀ ਕੀ ਪਤਾ ਪੂਰੀ ਦਿੱਲੀ ਦੇ ਵਿੱਚ ਜੇ ਡਿਮਾਂਡ ਹੀ ਇੰਨੀ ਜ਼ਿਆਦਾ ਹੋਏਗੀ ਤਾਂ ਪੂਰੀ ਦਿੱਲੀ ਦੇ ਵਿੱਚ ਹੋਰ ਸੈਂਟਰ ਖੁੱਲ ਜਾਣਗੇ। ਸੋ ਸੰਗਤ ਨੂੰ ਬੇਨਤੀ ਹੈ, ਸੰਗਤ ਜੀ ਜ਼ਰੂਰ ਇਸ ਗੱਲ ਦੇ ਉੱਪਰ ਧਿਆਨ ਦਿਓ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਕੋਈ ਗੱਲ ਤੁਸੀਂ ਸ਼ੇਅਰ ਸੰਗਤ ਕਰਨਾ? ਵੀਰ ਜੀ ਲਾਸਟ ਦੇ ਅੰਦਰ ਮੈਂ ਇਹੀ ਕਹਿਣਾ ਚਾਹਾਂ ਕਿ ਜਿੰਨਾ ਵੀ ਸੰਗਤ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਉਹਦਾ ਬਹੁਤ ਬੈਨੀਫਿਟ ਹੈ। ਅਸੀਂ ਕੋਈ ਪੋਸਟਰ ਦੇਖਦੇ ਹਾਂ, ਕੋਈ ਸਿੰਗਰ ਆ ਰਿਹਾ ਹੈ ਜਾਂ ਸਾਡੀ ਕੋਈ ਪਿਕਚਰ ਆ ਰਹੀ ਹੈ, ਅਸੀਂ ਉਹਨੂੰ ਬਹੁਤ ਸ਼ੇਅਰ ਕਰਦੇ ਹਾਂ। ਅਸੀਂ ਇੰਨਾ ਸ਼ੇਅਰ ਕਰਦੇ ਹਾਂ ਕਿ ਅਸੀਂ ਜ਼ਬਰਦਸਤੀ ਆਪਣਾ ਫਰੈਂਡ ਸਰਕਲ ਬਣਾ ਲੈਂਦੇ ਹਾਂ ਕਿ ਬਈ ਚੱਲ ਮੈਂ ਪੈਸੇ ਦੇ ਦਾਂਗਾ। ਤੇ ਸਾਨੂੰ ਇਸ ਮੋੜ ਤੇ ਆਉਣਾ ਚਾਹੀਦਾ ਕਿ ਬਈ ਮੈਂ ਪੈਸੇ ਦੇ ਦਾਂਗਾ, ਤੂੰ ਕੋਰਸ ਜੁਆਇਨ ਕਰ। ਫੀਸ ਬੜੀ ਨੋਮੀਨਲ ਆ। ਮੈਂ ਗੱਲ ਸੁਣ ਕੇ ਹੈਰਾਨ ਆ ਕਿ 1500-1700 ਰੁਪਏ ਤਕਰੀਬਨ ਤੁਸੀਂ ਦੱਸ ਰਹੇ ਹੋ। ਪਿਛਲੇ ਸਾਲ 14 ਸੀ, ਐਤਕੀ ਵੱਧ ਕੇ ਕਿੰਨੀ ਹੋ ਜਾਏਗੀ? 1500-1700 ਹੋ ਜਾਏਗੀ। ਇਹਨਾਂ ਤੇ ਮੈਨੂੰ ਲੱਗਦਾ ਜੇ ਪੀਜ਼ਾ ਸ਼ਾਪ 'ਚ ਜਾ ਕੇ ਅਸੀਂ ਜੇ ਪੀਜ਼ਾ ਖਾਣ ਬੈ ਜਾਈਏ ਨਾ ਤੇ ਤਾਂ ਆ ਜਾਂਦਾ ਹੁੰਦਾ। ਬਿਲਕੁਲ ਸਰ, ਬਿਲਕੁਲ ਠੀਕ ਹੈ। ਸੋ ਸੰਗਤ ਜੀ ਫਿਰ ਤੋਂ
ਬਹੁਤ ਬਹੁਤ ਧੰਨਵਾਦ ਵੀਰ ਸਿਮਰਨਜੀਤ ਸਿੰਘ ਜੀ ਆਪ ਜੀ ਦਾ। Thank you, sir. ਤੇ ਬੋਰ ਸੰਗਤ ਨੂੰ ਵੀ ਬੇਨਤੀ ਹੈ ਕਿ ਭਾਈ ਜਰੂਰ ਇਸ ਬਾਰੇ ਵਿਚਾਰ ਕਰਿਓ, ਹੋਰ ਪੰਜਾਬੀ ਨਾਲ ਜੇ ਥੋੜਾ ਬਹੁਤ ਪਿਆਰ ਕਰਦੇ ਹੋ ਤਾਂ ਥੋੜਾ ਜਿਹਾ ਜੇ ਸਮਾਂ ਹੈ ਤੁਹਾਡੇ ਕੋਲ, ਜਿਮ ਜਾਂਦੇ ਹੋ, ਸੈਰ ਕਰਨ ਜਾਂਦੇ ਹੋ, ਕਸਰਤ ਕਰਨ ਜਾਂਦੇ ਹੋ, ਉਦੋਂ ਵੀ ਤਾਂ ਟਾਈਮ ਕੱਢਦੇ ਹੀ ਆ ਨਾ। ਮੈਨੂੰ ਤਾਂ ਵੀਰ ਜੀ ਤੁਹਾਡੀ ਗੱਲਾਂ ਸੁਣ ਕੇ ਮੇਰਾ ਜੀ ਕਰ ਗਿਆ ਕਿ ਮੈਂ ਜੁਆਇਨ ਕਰ ਲਵਾਂ। ਥੈਂਕ ਯੂ ਸਰ, ਮੈਂ ਤੁਹਾਨੂੰ ਹੈਲਪ ਕਰਾਂਗਾ, ਮੈਂ ਤੁਹਾਡਾ ਫਾਰਮ ਖੁਦ ਨਾਲ ਜਾ ਕੇ ਸਬਮਿਟ ਵਾਹ ਜੀ, ਕਰਾਵਾਂਗਾ। ਵਾਹ ਜੀ। ਤੇ ਮੈਂ ਸੰਗਤ ਜੀ ਨੂੰ ਇੱਕ ਹੋਰ ਰਿਕੁਐਸਟ ਕਰਨਾ ਚਾਹੁੰਦਾ ਕਿ ਜੋ ਵੀ ਤੁਸੀਂ ਆਪਣੀ ਰੀਲ ਜਾਂ ਆਪਣੀ ਕੋਈ ਫੋਟੋਗ੍ਰਾਫ ਸ਼ੇਅਰ ਕਰੋ ਤੇ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਤੁਸੀਂ ਹੈਸ਼ਟੈਗ ਦਾ ਯੂਜ਼ ਕਰੋ, ਮਾਂ ਬੋਲੀ ਪੰਜਾਬੀ ਦਾ। ਵਾਹ ਜੀ। ਤੇ ਉਹਦੇ ਨਾਲ ਕੀ ਹੈ ਕਿ ਇੱਕ ਪੰਜਾਬੀ ਮਾਂ ਬੋਲੀ ਦਾ ਹੈਸ਼ਟੈਗ ਸਾਡਾ ਰੂਟੀਨ ਦੇ ਅੰਦਰ ਆਏਗਾ ਤੇ ਹੋ ਸਕਦਾ ਹੈ ਕਿ ਲੋਕੀ ਉਸ ਤੋਂ ਵੀ ਕੋਆਰਡੀਨੇਟ ਕਰਕੇ ਸਾਡਾ ਪੰਜਾਬੀ ਡਿਪਾਰਟਮੈਂਟ ਵਾਲੇ ਕੋਰਸ ਜੁਆਇਨ ਕਰ ਸਕਣ। ਜੀ ਬਹੁਤ ਬਹੁਤ ਧੰਨਵਾਦ ਜੀ। ਸੰਗਤ ਜੀ ਇਸੇ ਤਰੀਕੇ ਤੁਹਾਨੂੰ ਹੋਰ ਪ੍ਰੋਗਰਾਮ ਤੁਹਾਡੇ ਨਜ਼ਰ ਕਰਦੇ ਰਵਾਂਗੇ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਦਿੱਲੀ ਸਟੂਡੀਓ ਤੋਂ। ਦੇਖਦੇ ਰਹੋ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।